ਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਅਬ ਮੈਂ ਕੌਨ ਉਪਾਉ ਕਰੂੰ, ਜਿਹ ਬਿਦ ਮਨ ਕੋ ਸੰਸਾਹ ਚੂਕੈ। ਭਵ ਨਿਦ ਪਾਰ ਪਾਰੋਂ, ਜਨਮ ਪਾਏ ਕਛ ਭਲੋ ਨਾ ਕੀਨੋ। ਤਾਤੇ ਅਦਕ ਡਰੋਂ, ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਯਹ ਜੀ ਸੋਚ ਤਾਰੋਂ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ। ਪਸ ਜਿਉ ਉਦਰ ਭਾਰੋਂ, ਕਹੋ ਨਾਨਕ ਪ੍ਰਭ ਬਿਰਦ ਪਛਾਨੋ। ਤਬ ਹਉ ਪਤਿਤ ਤਾਰੋਂ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ। ਪਸ ਜਿਉ ਉਦਰ ਭਾਰੋਂ, ਕਹੋ ਨਾਨਕ ਪ੍ਰਭ ਬਿਰਦ ਪਛਾਨੋ। ਤਬ ਹਉ ਪਤਿਤ ਤਾਰੋਂ, ਡੰਡੌਤ ਬੰਦਨ ਅਨਿਕ ਬਾਰ। ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਸਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ, ਸਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗਈ ਬਹੁੜ ਬੰਦੀ ਛੋੜ,
ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਗਾਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਚਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਬਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣੈ ਕਥਨ ਨ ਪੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ
ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਆਓ ਇਹ ਸਾਰਾ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਵੀ ਹੈ ਤੇ ਮਾਲਕ ਦੇ ਸਨਮੁਖ ਜਾਚਨਾ ਵੀ ਕੀਤੀ ਗਈ ਹੈ। ਹੇ ਵਾਹਿਗੁਰੂ ਜੀ, ਆਪ ਸਰਬ ਕਲਾ ਸਮਰੱਥ ਹੋ, ਸਭ ਕੁਝ ਭੰਨਣ ਘੜਨ ਜੋੜਨ ਤੋੜਨ ਵਿਛੋੜਨ ਸਾਰੀ ਸਮਰੱਥਾ ਤੁਹਾਡੇ ਕੋਲ ਹੈ। ਸਾਨੂੰ ਟੁੱਟਿਆ ਹੋਇਆਂ ਨੂੰ ਜੋੜ ਲਵੋ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਕਰ ਸਕੀਏ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਰਹਿਮਤ ਆਪਣੀ ਬਖਸ਼ਿਸ਼ ਵਰਤਾਨ ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ਣ। ਆਪ ਜਿਤਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਂ ਦੇਸ਼ ਵਿਦੇਸ਼ ਆਪਣੇ ਘਰਾਂ 'ਚ ਬੈਠੇ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਤੋਂ ਕੀਰਤਨ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਸਾਧ ਸੰਗਤ, ਸਾਰੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਸਤਿਗੁਰਾਂ ਜੀ ਦਾ ਇਹ ਰਾਗ ਹੈ ਔਰ ਸੋਰਠ ਰਾਗ ਦੇ ਅੰਦਰ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਲਈ ਅਸੀਂ ਇਤਿਹਾਸਕ ਬੋਲ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਨਿਕਲੇ, ਅਸੀਂ ਬੜੀ ਵਾਰੀ ਉਹ ਬੋਲ ਦੁਹਰਾਨੇ ਹਾਂ, ਦੋਹੇ ਤਾ ਬਾਣੀ ਕਾ ਬੋਹੇ ਥਾ, ਕਿ ਗੁਰੂ ਅਰਜਨ ਦੇ ਬਾਣੀ ਦੇ ਜਹਾਜ਼ ਨੇ। ਉਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਭੱਟ ਸਾਹਿਬਾਨ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਗੁਰੂ ਅਰਜਨ ਦੇਵ ਇਸ ਘੋਰ ਕਲਯੁਗ ਦੇ ਸਮੇਂ ਦੇ ਵਿੱਚ ਉਹ ਜਹਾਜ਼ ਨੇ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਇੱਕ ਖਿਣ ਦੇ ਵਿੱਚ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ। ਭੱਟ ਸਾਹਿਬ ਜੀ ਦੇ ਬਚਨ ਨੇ, ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ, ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਜਹਾਜ਼ ਨੇ ਜਿਹੜੇ ਸ੍ਰਿਸ਼ਟੀ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਨੇ। ਆਰੰਭ 'ਚ ਤਾਂ ਬੇਨਤੀ ਕਰਨ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੇ ਬੜੇ ਪਰਉਪਕਾਰ ਸਾਡੇ ਤੇ ਕੀਤੇ ਆ। ਗੁਰਮਖੋ ਥੋੜਾ ਜਿਹਾ, ਕਿਉਂਕਿ ਅੱਜ ਸਤਿਗੁਰਾਂ ਦਾ ਇਸ ਵਾਰੀ ਪਹਿਲਾ ਸ਼ਬਦ ਆਇਆ ਹੁਕਮ 'ਚ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ 18 ਸਾਲ ਦੀ ਉਮਰ ਸੀ ਜਦੋਂ ਗੁਰਿਆਈ ਤੇ ਜਾਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਤੇ 43 ਸਾਲ ਦੀ ਉਮਰ ਤੱਕ 25 ਸਾਲ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਰਹੇ ਆ। ਉਹਨਾਂ ਨੇ ਸਾਡੇ ਤੇ ਬੜਾ ਪਰਉਪਕਾਰ ਕੀਤਾ। ਮੈਂ ਵਿਸ਼ੇਸ਼ ਸ਼ਬਦ ਦੁਹਰਾਉਣ ਲੱਗਾ,
ਆ ਹਰਮੰਦਰ ਸਾਹਿਬ ਉਹਨਾਂ ਦੀ ਦੇਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕਨੇ ਖਾਂ, ਇਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸਾਡੇ ਤੇ ਅਸੀਸ ਹੈ। ਸਾਧ ਸੰਗਤ, ਗੁਰੂ ਅਰਜੁਨ ਦੇਵ ਨੇ ਸਾਰੀ ਬਾਣੀ ਇਕੱਠੀ ਕੀਤੀ ਤੇ ਉਸ ਬਾਣੀ ਦੇ ਸੰਬੰਧ ਵਿੱਚ ਆਪਣੀ ਰਸਨਾ ਤੋਂ ਬੋਲ ਵੀ ਕਹੇ ਕਿ ਭਾਈ ਗੁਰਸਿੱਖੋ, ਇਹ ਉਹ ਖਜ਼ਾਨਾ ਹੈ ਜੋ ਆਦਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਰਾਮਦਾਸ ਪਿਤਾ ਜੀ ਤੱਕ ਗੁਰੂ ਸਾਹਿਬਾਨਾਂ ਨੇ ਇਕੱਤਰ ਕੀਤਾ, ਉਚਾਰਨ ਕੀਤਾ। ਤੇ ਭਾਈ ਸਿੱਖੋ, ਇਸ ਖਜ਼ਾਨੇ ਦੀ ਕੀਮਤ ਦੁਨੀਆ 'ਚ ਕੋਈ ਨਹੀਂ ਪਾ ਸਕਦਾ। ਕੋਈ ਦੌਲਤ, ਕੋਈ ਪਦਾਰਥ, ਜੜ ਚੇਤਨ, ਕੁਛ ਵੀ ਮਾਇਆ ਇਸ ਸ਼ਬਦ ਦੀ ਕੀਮਤ ਨਹੀਂ ਪਾ ਸਕਦੀ। ਬਸ ਇੱਕ ਕੰਮ ਕਰਿਓ, ਇਸ ਸ਼ਬਦ ਨੂੰ ਪਹਿਲਾਂ ਆਪ ਖਾਇਓ। ਖਰਚਣ ਦੀ ਗੱਲ ਬਾਅਦ 'ਚ ਕਹੀ ਹੈ, ਕਿਉਂਕਿ ਖਰਚਿਆ ਤਾਂ ਜਾਂਦਾ ਹੈ ਜੇ ਕਮਾਇਆ ਜਾਏਗਾ ਤਾਂ। ਉੱਥੇ ਸ਼ਬਦ ਸਤਿਗੁਰੂ ਨੇ ਖਾਵੇਂ ਵਰਤਿਆ ਹੈ ਨਾ। ਇਹਦਾ ਭਾਵ ਅਰਥ ਹੈ ਕਿ ਆਪ ਕਮਾਓ, ਆਪ ਸ਼ਬਦ ਜਪੋ, ਆਪ ਬਾਣੀ ਅਨੁਸਾਰ ਜੀਵਨ ਢਾਲੀਏ। ਜਿਵੇਂ ਕੋਈ ਕਮਾਈ ਕਰਦਾ ਤੇ ਬਾਅਦ ਵਿੱਚ ਖਰਚ ਸਕਦਾ, ਬਿਨਾਂ ਕਮਾਈਆਂ ਤੋਂ ਖਰਚ ਨਹੀਂ ਹੁੰਦੇ। ਤੇ ਗੁਰਮੁਖੋ, ਸੱਚ ਇਹ ਵੇ, ਸ਼ਬਦ ਦੀ ਕਮਾਈ ਤੋਂ ਬਿਨਾਂ ਵੀ ਸ਼ਬਦ ਖਰਚਿਆ ਨਹੀਂ ਜਾ ਸਕਦਾ, ਪਰਪੰਚ ਹੋ ਸਕਦਾ ਹੈ। ਪਰ ਮਹਾਰਾਜ ਜੀ ਨੇ ਕਿਹਾ, ਖਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਕੋਈ ਕੀਮਤ ਨਹੀਂ ਇਸ ਬਾਣੀ ਦੀ ਪਿਆਰਿਓ, ਕੋਈ ਇਹਦਾ ਮੁੱਲ ਪਾ ਹੀ ਨਹੀਂ ਸਕਦਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚੈ ਰਲ ਮਿਲ ਭਾਈ। ਰਲ ਮਿਲ ਕੇ ਸੰਗਤੀ ਰੂਪ ਵਿੱਚ ਖਾਵਹਿ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਤੇ ਪੰਚਮ ਸਤਿਗੁਰੂ ਜੀ, ਹਰ ਬੰਦਾ ਇਹਨੂੰ ਖਾ ਖਰਚ ਸਕੇਗਾ? ਕਹਿਣ ਲੱਗੇ ਨਹੀਂ। ਕਹੋ ਨਾਨਕ, ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਹ ਧੰਨ ਗੁਰੂ ਅਰਜੁਨ ਦੇਵ ਜੀ ਨੇ ਬਖਸ਼ਿਸ਼ ਕੀਤੀ ਜੀ। ਦੇਖੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਤੇ ਉਸ ਤੋਂ 2 ਸਾਲ ਬਾਅਦ ਹੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਇਤ, ਸ਼ਾਂਤੀ ਦੇ ਪੁੰਜ, ਸਬਰ ਨਾਲ ਹਰ ਚੀਜ਼ ਨੂੰ ਅੰਦਰੋਂ ਖੰਡਾਉਣ ਵਾਲੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਰਾਗ ਸੋਰਠ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਗਈ ਬਹੋੜ ਬੰਦੀ ਛੋੜ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਇਸ ਸ਼ਬਦ ਦੀ ਆਰੰਭਤਾ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਬੇਨਤੀ ਕਰਦੇ ਨੇ। ਕਿਉਂਕਿ ਜਿਵੇਂ ਆਪਾਂ ਰੋਜ਼ ਕਥਾ ਵਿਚਾਰ ਕਰਦੇ ਆ ਰਹੇ ਹਾਂ, ਪਹਿਲੇ ਜਿਹੜੇ ਬਚਨ ਨੇ ਉਹਨਾਂ ਦੇ ਅੱਖਰੀ ਅਰਥ ਕਰ ਲਾਂਗੇ ਤੇ ਉਸ ਤੋਂ ਬਾਅਦ ਸਮੇਂ ਅਨੁਸਾਰ ਉਹਦੀ ਵਿਆਖਿਆ ਡਿਟੇਲ 'ਚ ਆਪਾਂ ਸਤਿਗੁਰੂ ਦੀ ਸਿਫਤ ਕਰ ਸਕਨੇ ਹਾਂ। ਅੱਜ ਸਾਹਿਬ ਨੇ ਫਰਮਾਇਆ, ਗਈ ਬਹੌੜ ਬੰਦੀ ਛੋੜ। ਗਈ ਬਹੌੜ, ਗਈ ਦਾ ਲਫ਼ਜ਼ੀ ਅਰਥ ਹੈ ਜੋ ਚਲੀ ਗਈ ਹੈ, ਪਰ ਇੱਥੇ ਸ਼ਬਦ ਨਹੀਂ ਕਿਹਾ ਕਿਹੜੀ ਚੀਜ਼ ਚਲੀ ਗਈ। ਇਹ ਫਿਰ ਵਿਆਖਿਆਕਾਰ, ਟੀਕਾਕਾਰਾਂ ਨੇ, ਕਥਾ ਕਰਨ ਵਾਲਿਆਂ ਗੁਰਮੁਖਾਂ ਨੇ ਆਪਣੀ ਆਪਣੀ ਸੋਝੀ ਦੇ ਮੁਤਾਬਕ ਇਹਦੇ ਅਰਥ ਕੀਤੇ। ਪਰ ਪਹਿਲਾਂ ਅੱਖਰੀ ਅਰਥ ਨੇ ਗਈ ਬਹੌੜ। ਗਈ ਦਾ ਅਰਥ ਹੈ ਜਿਹੜੀ ਚਲੀ ਗਈ ਹੈ। ਜਿਵੇਂ ਆਪਾਂ ਕੋਈ ਚੀਜ਼ ਕਿ ਫਲਾਣੀ ਚੀਜ਼ ਉਹ ਚਲੀ ਗਈ, ਜਿਵੇਂ ਦਾ ਮਤਲਬ ਹੁਣ ਸਾਡੇ ਕੋਲ ਉਹ ਵਸਤੂ ਨਹੀਂ ਰਹੀ। ਤੇ ਬਹੌੜ ਦਾ ਲਫ਼ਜ਼ੀ ਅਰਥ ਹੁੰਦਾ ਜੀ ਵਾਪਸ ਲੈ ਆਉਣਾ। ਫਿਰ ਅੱਜ ਸੁਣਿਓ, ਜਿਹੜੀ ਚਲੀ ਗਈ ਹੈ ਸਾਡੇ ਕੋਲ ਹੈ ਹੀ ਨਹੀਂ, ਉਹ ਵਾਪਸ ਆ ਜਾਏ। ਗਈ ਬਹੌੜ, ਇਹਦਾ ਅਰਥ ਹੈ, ਹੇ ਪਰਮਾਤਮਾ ਜੀ, ਜਿਹੜੀ ਅਵਸਥਾ, ਫਿਰ ਬੇਨਤੀ ਹੈ, ਜਿਹੜੀ ਅੰਦਰ ਦੀ ਸੁਰਤ, ਜਿਹੜੀ ਅੰਦਰ ਦੀ ਇਕਾਗਰਤਾ, ਜਿਹੜੀ ਨਾਮ ਦੇ ਵਿੱਚ ਜੁੜੀ ਕੋਈ ਪ੍ਰੋਤੀ, ਕੋਈ ਸੁਰਤ ਸੀ, ਉਹ ਚਲੀ ਗਈ। ਤੇ ਆਪ ਇੰਨੇ ਸਮਰੱਥ ਹੋ, ਉਸ ਆਤਮਕ ਅਵਸਥਾ ਜਿਹੜੀ ਗਵਾਚ ਗਈ, ਚਲੀ ਗਈ, ਤੁਸੀਂ ਉਸ ਨੂੰ ਦੁਬਾਰਾ ਫਿਰ ਲੈ ਆਉਂਦੇ ਹੋ। ਫਿਰ ਬੇਨਤੀ ਹੈ, ਇਸ ਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਫਿਰ ਜਦੋਂ ਵਿਚਾਰ ਕਰਾਂਗੇ ਜੀ। ਅੱਖਰੀ ਅਰਥ ਗਈ ਬਹੌੜ, ਜਾ ਚੁੱਕੀ ਨੂੰ ਵਾਪਸ ਲਿਆਉਣ ਵਾਲੇ। ਬੰਦੀ ਛੋੜ, ਬੰਦੀ ਦਾ ਅਰਥ ਆਪਾਂ ਸਮਝਨੇ ਆ
ਕਿ ਜਿਹੜੇ ਬੰਧਨਾਂ ਦੇ ਵਿੱਚ ਬੱਝੇ ਹੋਏ ਆ, ਜਿਨ੍ਹਾਂ ਨੂੰ ਸੰਗਲਾਂ ਦੇ ਨਾਲ ਨੂੜਿਆ ਹੋਇਆ ਹੈ। ਬੰਦੀ ਛੋੜ ਦਾ ਅਰਥ ਹੈ ਬੰਧਨਾਂ ਵਿੱਚ ਪਿਆ ਹੋਇਆਂ ਦਾ ਛੁਟਕਾਰਾ ਕਰਾਉਣ ਵਾਲੇ। ਹੁਣ ਇਹ ਫਿਰ ਇਸ ਦੀ ਬੇਨਤੀ, ਚਾਰ ਇਹ ਸ਼ਬਦ ਨੇ, ਗਈ ਬਹੌੜ ਬੰਦੀ ਛੋੜ। ਜਾ ਚੁੱਕੀ ਨੂੰ ਵਾਪਸ ਲਿਆਉਣ ਵਾਲੇ, ਬੰਧਨਾਂ ਵਿੱਚ ਪਿਆ ਹੋਇਆਂ ਦੇ ਬੰਧਨ ਕੱਟ ਕੇ ਬੰਦੀ ਛੋੜ ਹੋ। ਨਿਰੰਕਾਰ ਦੁਖਦਾਰੀ। ਨਿਰੰਕਾਰ, ਜਿਸ ਦਾ ਕੋਈ ਆਕਾਰ ਨਹੀਂ, ਜਿਸ ਦਾ ਕੋਈ ਰੂਪ ਨਹੀਂ, ਜਿਸ ਦਾ ਬਾਹਰਮੁਖੀ ਕੋਈ ਢਾਂਚਾ ਨਹੀਂ। ਨਿਰੰਕਾਰ ਦੁਖਦਾਰੀ। ਹੇ ਪ੍ਰਭੂ, ਆਪ ਜੀ ਦਾ ਕੋਈ ਆਕਾਰ ਨਹੀਂ। ਜਿਹੜੇ ਆ ਦੁੱਖ ਨੇ, ਦੁਖਦਾਰੀ ਦਾ ਅਰਥ ਕਰਾਂਗੇ ਦੁੱਖਾਂ ਦਾ ਇਲਾਜ ਕਰਨ ਵਾਲੇ। ਇਉਂ ਸ਼ਬਦ ਹੋਰ ਸੌਖੇ ਅਰਥ ਕਰ ਲੀਜੇ, ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲੇ। ਇਹਦਾ ਮਤਲਬ ਅਰਥ ਹੋ ਗਿਆ ਗਈ ਬਹੌੜ, ਜਾ ਚੁੱਕੀ ਅਵਸਥਾ ਨੂੰ ਵਾਪਸ ਲਿਆਉਣ ਵਾਲੇ। ਬੰਦੀ ਛੋੜ, ਬੰਧਨਾਂ ਵਿੱਚ ਪਿਆ ਹੋਇਆਂ ਨੂੰ ਮੁਕਤ ਕਰਾਉਣ ਵਾਲੇ। ਨਿਰੰਕਾਰ ਦੁਖਦਾਰੀ, ਜਿਸ ਦਾ ਕੋਈ ਆਕਾਰ ਨਹੀਂ, ਦੁੱਖਾਂ ਦਾ ਇਲਾਜ ਕਰਨ ਵਾਲੇ, ਦੁੱਖਾਂ ਤੋਂ ਖਹਿੜਾ ਛੁਡਾਉਣ ਵਾਲੇ। ਇੱਥੇ ਬੇਨਤੀ ਕੀਤੀ ਜਾ ਰਹੀ ਹੈ। ਅਸੀਂ ਪਹਿਲੇ ਇਸ ਪਦੇ ਦੀਆਂ 3 ਤੁਕਾਂ ਦੇ ਅਰਥ ਕਰਕੇ ਫਿਰ ਵਿਚਾਰ ਵਿਆਖਿਆ ਸ਼ੁਰੂ ਕਰਾਂਗੇ। ਹੇ ਵਾਹਿਗੁਰੂ ਜੀ, ਇਸ ਕਰਕੇ ਨਹੀਂ ਮੇਰੀ ਅਵਸਥਾ ਵਾਪਸ ਆਉਣੀ ਕਿ ਮੇਰੇ ਕਰਮ ਬੜੇ ਚੰਗੇ ਆ। ਨਾ ਤਾਂ ਮੈਂ ਕੋਈ ਕਰਮ ਚੰਗਾ ਕੀਤਾ, ਨਾ ਮੈਂ ਧਰਮ ਬਾਰੇ ਕੁਝ ਜਾਣਦਾ ਵਾਂ। ਕਰਮ ਧਰਮ ਮੇਰੇ ਪੱਲੇ ਕੁਛ ਵੀ ਨਹੀਂ। ਲੋਭੀ ਮਾਇਆ ਧਾਰੀ। ਪਰ ਮੇਰੇ ਅੰਦਰ ਦੀ ਬਿਰਤੀ ਜਿਹੜੀ ਉਹ ਲੋਭੀ ਅਤ ਦੀ ਲਾਲਚੀ ਹੈ। ਹਰ ਵਕਤ ਅੰਦਰ ਲਾਲਚ ਦੇ ਫੁਰਨੇ ਉੱਠਦੇ ਪਏ ਆ। ਤੇ ਵਾਹਿਗੁਰੂ, ਮੇਰੀ ਸੁਰਤ ਨੇ ਮਾਇਆ ਨੂੰ ਧਾਰਨ ਕੀਤਾ ਹੈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਅੰਦਰ ਦੀ ਅਵਸਥਾ ਲਾਲਚੀ ਹੈ, ਮਾਇਆ ਧਾਰੀ ਖਾਂ। ਕਰਮ ਧਰਮ ਮੈਂ ਕੁਛ ਵੀ ਨਹੀਂ ਕਰ ਰਿਹਾ। ਨਾਮ ਪਰਿਓ ਭਗਤ ਗੋਬਿੰਦ ਕਾ। ਨਾਮ ਪਰਿਓ ਭਗਤ ਗੋਬਿੰਦ ਕਾ। ਵਾਹਿਗੁਰੂ ਜੀ, ਮੇਰੇ ਅੰਦਰ ਨੂੰ ਤਾਂ ਕੋਈ ਜਾਣਦਾ ਹੀ ਨਹੀਂ। ਮੈਂ ਤਾਂ ਬੇਨਤੀ ਕਰਾਂਗਾ ਗੁਰਮੁਖੋ, ਇਹ ਸਤਿਗੁਰੂ ਸਾਡੇ ਲਈ ਅਰਦਾਸ ਕਰ ਰਹੇ ਆ ਜੀ। ਮਹਾਰਾਜ ਕਹਿੰਦੇ ਨੇ ਸਾਡਾ ਨਾਮ ਦੁਨੀਆ ਵਿੱਚ ਪੈ ਗਿਆ, ਇਹ ਪ੍ਰਭੂ ਦਾ ਭਗਤ ਹੈ, ਇਹ ਬੜੀ ਬੰਦਗੀ ਕਰਨ ਵਾਲਾ ਹੈ, ਇਹ ਬੜੇ ਉੱਚੇ ਜੀਵਨ ਵਾਲਾ ਹੈ। ਵਾਹਿਗੁਰੂ ਜੀ, ਸਾਰੀ ਦੁਨੀਆ ਇਹ ਸ਼ਬਦ ਕਹਿ ਰਹੀ ਹੈ ਕਿ ਇਹ ਗੋਬਿੰਦ, ਗੋਬਿੰਦ ਅਰਥ ਹੁੰਦਾ ਧਰਤੀ ਦਾ ਸਹਾਰਾ। ਅਸੀਂ ਸਿੱਧੇ ਅਰਥ ਪਰਮੇਸ਼ਵਰ ਵਾਹਿਗੁਰੂ ਜੀ ਕਰਨੇ। ਨਾਮ ਪਰਿਓ ਭਗਤ ਗੋਬਿੰਦ ਕਾ। ਇਸ ਸਮਾਜ ਵਿੱਚ, ਇਸ ਸ੍ਰਿਸ਼ਟੀ ਵਿੱਚ ਮੇਰੇ ਨਾਮ ਨਾਲ ਲੋਕ ਇਹ ਸ਼ਬਦ ਜੋੜਨ ਲੱਗ ਪਏ ਨੇ। ਮੈਂ ਖਰ ਜਨ ਹਾਂ, ਮੈਂ ਖਰੀ ਦਾਸ ਹਾਂ, ਮੈਂ ਖਰੀ ਭਗਤ ਹਾਂ, ਮੈਂ ਗੁਰ ਸਿੱਖ ਹਾਂ, ਮੈਂ ਗੁਰੂ ਦਾ ਖਾਲਸਾ ਹਾਂ। ਵਾਹਿਗੁਰੂ, ਪਰ ਅੰਦਰ ਦਾ ਕਿਸੇ ਨੂੰ ਕੋਈ ਪਤਾ ਨਹੀਂ ਮੇਰੇ ਅੰਦਰ ਦਾ ਜੀਵਨ ਕੀ ਹੈ। ਪਰ ਸਾਰਿਆਂ ਵਿੱਚ ਮੇਰੀ ਮਸ਼ਹੂਰੀ ਹੈ ਆਪ ਜੀ ਦਾ ਭਗਤ ਜਾਣ ਕੇ। ਇਹ ਰਾਖੋ ਪੈਜ ਤੁਮਾਰੀ। ਹੇ ਵਾਹਿਗੁਰੂ ਜੀ, ਹੁਣ ਕਿਰਪਾ ਕਰੋ, ਇਸ ਸ਼ਬਦ ਦੀ ਇੱਜ਼ਤ ਰੱਖ ਲਵੋ। ਇਹ ਮਿਹਰ ਕਰੋ, ਤੁਸੀਂ ਮੇਰੀ ਇੱਜ਼ਤ ਰੱਖ ਲਓ। ਕਿਹੜੀ ਇੱਜ਼ਤ ਜੀ? ਕਿ ਲੋਕ ਮੈਨੂੰ ਤੇਰਾ ਭਗਤ, ਤੇਰਾ ਸੇਵਕ ਕਹਿ ਰਹੇ ਆ। ਇਹ ਸਤਿਗੁਰੂ ਜੀ ਨੇ, ਗੁਰੂ ਅਰਜੁਨ ਦੇਵ ਜੀ ਨੇ ਜੀ ਬੇਨਤੀ ਰੂਪ ਦੇ ਵਿੱਚ ਇਸ ਸ਼ਬਦ ਦਾ ਪਹਿਲਾ ਪਦਾ, ਜਿਸ ਦੀਆਂ 3 ਤੁਕਾਂ ਦੇ ਆਪਾਂ ਅਰਥ ਕੀਤੇ ਆ, ਇਹ ਸਤਿਗੁਰਾਂ ਨੇ ਮਿਹਰ ਕੀਤੀ ਹੈ। ਅੱਗੇ ਵੀ ਜਿਹੜੇ ਜਿਵੇਂ ਤੁਕਾਂ ਆਉਣਗੀਆਂ ਆਪਾਂ ਸਮੇਂ ਅਨੁਸਾਰ ਉਹਦੀ ਵਿਆਖਿਆ ਕਰੀ ਜਾਂਦੇ ਹਾਂ। ਪਹਿਲੀ ਬੇਨਤੀ ਹੈ ਗਈ ਬਹੌੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈ ਤੁਮਾਰੀ। ਸਭ ਤੋਂ ਪਹਿਲੀ ਬੇਨਤੀ ਵੀ ਕਿਹੜੀ ਚੀਜ਼ ਚਲੀ ਜਾਏ ਜਿਹੜੀ ਸਤਿਗੁਰੂ ਵਾਪਸ ਲੈ ਕੇ ਆ ਜਾਂਦੇ ਆ। ਮੈਂ ਅਰਜ਼ ਕੀਤੀ ਜੇ ਇਹਦੇ ਜ਼ਿਆਦਾਤਰ ਅਰਥ ਗੁਰਮੁਖ ਟੀਕਾਕਾਰਾਂ ਨੇ ਇਹ ਹੀ ਕੀਤੇ ਆ ਕਿ ਜਿਹੜੀ ਆਤਮਿਕ ਅਵਸਥਾ ਗਵਾਚ ਜਾਏ, ਜਿਹੜੇ ਅੰਦਰ ਦੀ ਅਵਸਥਾ ਕਿਤੇ ਸਮੇਂ ਦੇ ਨਾਲ ਅਲੋਪ ਹੋ ਜਾਏ, ਪਾਰ ਬ੍ਰਹਮ ਪਰਮੇਸ਼ਵਰ ਜੀ ਉਸ ਅਵਸਥਾ ਨੂੰ ਵੀ ਵਾਪਸ ਲੈ ਆਉਂਦੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਆ ਤੇ ਸੱਚੀ ਮੁੱਚੀ ਇਹ ਅਰਥ ਬੜੇ ਕਮਾਲ ਦੇ ਢੁੱਕਦੇ ਆ। ਜਿੰਨੇ ਵੀ ਸੰਸਾਰ ਦੇ ਵਿੱਚ ਇਨਸਾਨ ਨੇ,
मैं लफ्ज़ कल्ले सिख नहीं वरत रहा, जिन्हां नूं परमात्मा ने पंजां तत्तां दा ये चोला दिता है, शरीर दिता है। हर बंदा जिहड़ा है अपने जन्म तो पहला किसी अमोलक वस्तु नाल जुड़िया होया सी। फिर बेनती सुनियो, सिर्फ 2 शब्द ने, गई बहोड़। वो की चीज़ सी? गुरु ग्रंथ साहिब दी बाणी मुताबक कि जिहड़ा साडा ये जिन्हों आपां शरीर जदों बन रहा सी, जिहड़ी जीव आत्मा कह लो, साडा अंदर जिहड़ा है ये जींदा सी केवल परमात्मा दे सिमरन दे ध्यान दे विच, उस अग विच सी। ते अग विच होण दे बावजूद, पानी दे एक ब्लैडर विच होण दे बावजूद, सच ये वे कि ये अंदर दी सुरत पार ब्रह्म परमेश्वर दे चरनां च कहो, शब्द च कहो, सिमरन च कहो, वो परम सत दे नाल इहदी सुरत जुड़ी हुई सी। प्यारे, वो बड़ी कीमती वस्तु सी इंसान दे कोल। थोड़ा जिहा इसनूं गई बहोड़ दे अर्थ करन लई महाराज जी दा असीं एक बचन पढ़ने आ। सतगुरु गुरु नानक साहब महाराज जी दे बोल ने कि वो किहड़ी चीज़ सी जी? पहले पहरै रैण कै वणजारिया मित्रा। सिर फिर ध्यान दिया जे, गुरमुखों मैं गल बार बार दोहरा रहा। गई बहोड़ की है? तो यदा मतलब ये नहीं कि जो अर्थ व्याख्या आपां कर लगे हाँ आखिरी सच ये वे, जिन्नी कुछ सोझी दाते दिती तो मन से वो किवें चली गई जी, जिहनूं कह रहे ने वापस आ जाए। वो अवस्था सी पहला पैर साडी जिंदगी दा, जदों जीव दा माता दे उदर विच निवास है। मैं उत्थे लफ्ज़ जीव वरत रहा। गुरु साहब जी ने भी वणजारा मित्र कहा। वो ओदा बाहरमुखी आके फिरका की बन गया, धर्म की बन गया, कि ओदी आस्था ओदा भरोसा की बन गया। पर जन्म तो पहला तो सब नाल खेड इक्को जी वापरी है ना। पहले पहरे रैण कै वणजारिया मित्रा, हुक्म भया गर्भास। ओदे हुक्म दे नाल माता दे गर्भ विच तेरा वास हो गया। उत्थे एक बड़ी कीमती चीज़ सी। वो मैं शब्द चलो चीज़ वरत रहा, पदार्थ कह लो, सुरत कह लो। हुक्म भया गर्भास, उर्द तप अंतर करे वणजारिया मित्रा, खसम सेती अरदास। ओदे लई जाचना है वापस आ जाओ अवस्था, वो सुरत, वो ध्यान, वो अरदास मिल जाए। पहले पहरे रैण कै वणजारिया मित्रा, हुक्म भया गर्भास, उर्द तप अंतर करे वणजारिया मित्रा, खसम सेती अरदास। खसम सेती अरदास विखाणे, उर्द ध्यान लिव लागा। फिर बेनती सुनियो, जिहड़ी चली गई वो ध्यान जिहड़ा सी, वो परम सत नाल जिहड़ी लिव जुड़ी सी, जिहड़ी वाहिगुरू जी दे नाल लगातार संपर्क बनिया सी। क्योंकि जिवें आपां नूं आ 2-4 घड़ियां सवास ना आउण, चलो मैं घड़ी शब्द वरत रिहा कि बंदे दी मौत हो जाती है, माता दे उदर विच निरंतरता सी। जे एक खिन भी इस जीव की लिव टुटदी तो लिव टुटना ये वजूद का नष्ट हो जाना सी। महाराज कहते उत्थे निरंतर साडी जिहड़ा ध्यान है वो परमेश्वर दे विच जुड़िया होया है। पहले पैरे रैण कै वणजारिया मित्रा, हुक्म भया गर्भास, उर्द तप अंतर करे वणजारिया मित्रा, खसम सेती अरदास। खसम सेती अरदास विखाणे, उर्द ध्यान लिव लागा। ना मिर्जाद आया कल भीतर, बौड़ जासी नांगा। जैसी कलम वुड़ी है मस्तक, तैसी जियड़ है पास। कहो नानक प्राणी पहले पैरे, हुक्म भया गर्भास। हुण इत्थे मन च आवेगा भी इत्थे तां कुछ गया ही नहीं, पर मैं बेनती तां कर रहा भी वो अवस्था जिहड़ी जन्म तो पहलां भी सी। इसे करके महाराज ने फिर दूजे पैर च लिखिया कि दूजे पहरे रैण कै वणजारिया मित्रा, विसर गया ध्यान। जिहड़ा ध्यान विसर गया वो गई, वो सुरत जिहड़ी जुड़ी कोई सी जो टुट गई, अवस्था गई। महाराज कहते दूजे पहरे रैण कै वणजारिया मित्रा, विसर गया ध्यान। हथों हथ नचाईए वणजारिया मित्रा, ज्यों जसोदा घर कान। जिवें जशोदा जी कृष्ण नूं नचा रहे हैं, इसे तरह माँ अपने बच्चे नूं नचा रही है। मेरी बेनती वो ध्यान की जिहड़ी कृपा सी, इनू थोड़ा जिहा होर भाई साहब ने तो होर भी इहदा खुलासा बड़ा वधिया करता। भाई साहब भाई गुरदास साहब जी ने वो कहते जदों इंसान का जन्म हुंदा है ना, मनुख मेल फीमेल कोई इस्त्री पुरुष कोई जामा मिले, आप सारे जानने बच्चा जन्म तो बाद ये रोंदा है।
मैं तां बेनती कर रहा, किहड़ी चीज़ गवाच गई जिहड़ी रब दोबारा ले आउंदा है? गई बहौड़। असी बारमुखी भी अर्थ दे करांगे। हुण उस वक्त बच्चे का जदों जन्म हुंदा है, आप सब नूं पता है कि बच्चे की तंदुरुस्ती का पैमाना कह लो ये है कि जन्म तो बाद जां जन्म वेले बच्चा रोंदा है। जे बच्चा ना रोए, डॉक्टर नर्स दाई वो सोचदी बच्चा तंदुरुस्त है, ये रोया क्यों नहीं? सच्ची मुच्ची उन्होंने रवाया भी जाता है। जदों बच्चा जन्म वेले रोंदा है तो असी जिहड़े संसारी लोग हाँ उस नूं रोना सुन के असी हसन लग पैंदे हैं। बड़ी विपरीत जी खेड। भाई साहब भाई गुरदास साहब जी का बचन है, बड़ी बारी आप जी ने इत्थे गुरमुखां तो सरवण किया होना है। बच्चा रो रहा है तो कोल परिवार दादी दादा नानी नाना जिन्ने बाकी जी ने परिवार दे वो हसदे पे आ। भाई साहब कहंदे आ भाई इहदे रोण नाल तुसीं हस पे ते एक दूजे नूं वधाई देंदे पे, वधाई होवे जी, मुबारकां होण जी। कहण लगे घट्टो घट ओहदे तो तां पुछ लो जिहड़ा रो रहा है इहनूं की मुश्किल हो गई है, क्योंकि इहदा जन्म होया है, ये क्यों रो रहा है? अगों फिर भाई साहब ने आपे उत्तर दिता, कहण लगे संसार दे लोगो आपां हसने आ, वधाइयां देने आ, बच्चे का जन्म होया है वो इस करके रो रहा है कि परमात्मा भावें मैं माँ दे उदर विसां, पुट्ठा लटकिया सां, अग विसां, पानी विसां, पर घट्टो घट तेरी लेव, तेरा ध्यान, तेरा सिमरन मेरे तुर अंदर निरंतर चलदा सी। अज तां रोना पिया, अज दी गवाची हुई अवस्था पता नहीं दोबारा नसीब होनी है कि नहीं। मैं तां बेनती की, गई बहौड़ का अर्थ बहुत गहरा है। भाई साहब जी का बोल है, भाई गुरदास साहब जी का, रोवै रतन गवाए कै, वो गवा बैठा रतन, गई बहौड़ वो चली गई अवस्था। रोवै रतन गवाए कै माया मोह गुबारा, वो प्यारे जदों वो अवस्था चली गई, वो रोवै दुख अपना खासस गावै सब परिवारा। वो अपना दुख रो रहा है कि मेरा कीमती खजाना गवाच गया, तो संसार जिहड़ा वो वधाइयां दे रहा है। मेरे कहन तो मुराद वो सुरत, वो अवस्था जिहड़ी गवाच जाए, वाहिगुरू जी तुहाडे चरनां च बेनती करिए तुसी गवाची हुई अवस्था भी दोबारा ले आउंदे हो। वो सुरत की एकाग्रता। दो बचन जी होर ले लेने। कबीर साहब का श्लोक है जी, एक श्लोक का नंबर है 153 ते एक है 163। वो श्लोक ने ਉਹਦੇ ਵਿੱਚ ਉਹਨਾਂ ਦਾ ਇੱਕ ਬਚਨ ਤਾਂ ਹੈ, कबीर जैसी उपजी पेड़ ते गई बहौड़ मैं अर्ज कर लगा। ये दो तरीकों अर्थ किए ने गुरमुख विद्वाना ने। जदों रुख जमीन चो निकलता है, कबीर जैसी उपजी पेड़ ते जो तैसी निभ गए औड़, हीरा किसका बापड़ा पूजा न रतन करोड़। इसनूं थोड़ा जिहा बेनती नूं सुनियो। अखरी अर्थ गुरमुख विद्वान ये करते आ कि जदों एक बीज विचों अंकुर निकलता है, असीं इस श्लोक दे अर्थ कर रहे हैं, तो आप जी देखते हो वो रुख जदों बनना शुरू करता है तो किन्ना वो कोमल हुंदा है, उहदे पत्ते बड़े कोमल ने, उहदा रंग बड़ा चंगा लगता है। वो जेड़े पासे झुकाओ इन्ना वो लचकीला है, खब्बे सज्जे नीवा उच्चा जिधर झुकाओ वो निक्का जिहा पेडा उधर झुक जाता है। एक तां अर्थ गुरमुखां ये कीते कि जिवें एक रुख की शुरुआत वेले लचकीलापन, निमरता, तरो ताजगी है, जे इस तरह तरो ताजगी रहिंदी मरदे दम तक, सच एवे कि बंदे की कीमत रत्ना ते हीरिया नाल भी नहीं सी पै सकनी। सीधे अर्थ ये कीते गए। पर मैं जदों सवेरे सतगुरां ने बचन किया, मन च श्लोक आया, ये अर्थ थोड़ा जिहा ध्यान दे के आप जी सुनियो गुरमुखो। क्योंकि जे रुख दे अर्थ भी लईए, एक तो बारमुखी अर्थ कर रहे हैं, जे पेड़ रतन हीरा, ये बारमुखी अर्थ करने पैणगे। हुण जदों ये रुख निकलदा है, बनदा है पेड़ा, अर्ज कीती उहदे पत्ते किन्ने कोमल ने। आप जी देखियो इन्ने सोहणे लगदे ने अखां नूं, पर समा पा के वो पत्ते जदों अत दे खरे हो जांदे आ, जिहड़ी कोमलता उन्हां दे जन्म वेले ना कुछ महीनों तो बाद पत्तियां कोल वो कोमलता नहीं रहिंदी, वो खरवे जो हो जाते हैं जी। है हरे हैं पर वो खरवे हो गए।
ਹੁਣ ਉਹੀ ਪੱਤਾ ਕੋਈ ਸਮੇਂ ਦੇ ਬਾਅਦ ਰੰਗ ਬਦਲਦਾ ਹੈ ਤੇ ਪੀਲਾ ਹੋ ਕੇ ਪਾਣੀ ਨਾਲੋਂ ਟੁੱਟ ਜਾਂਦਾ ਹੈ। ਇਹਦਾ ਮਤਲਬ ਇੱਕ ਗੁਰਮੁਖ ਅਰਥ ਇਹ ਕਰਦੇ ਆ ਕਿ ਜਦੋਂ ਬੰਦਾ ਕਿਸੇ ਚੀਜ਼ ਨੂੰ ਸਭ ਤੋਂ ਪਹਿਲਾਂ ਮਿਲਦਾ ਹੈ ਨਾ ਜੀ, ਸੱਚੀ ਇਹ ਪ੍ਰਮਾਤਮਾ ਵਾਲੇ ਪਾਸੇ ਵੀ ਸੰਸਾਰੀ ਤੌਰ ਤੇ ਇੰਨਾ ਇਮੋਸ਼ਨਲ ਹੋ ਕੇ ਮਿਲਦਾ, ਪੁੱਛੋ ਕੁਝ ਨਾ, ਅੱਖਾਂ ਭਿੱਜੀਆਂ ਨੇ, ਹਟਕੋਰੇ ਲੈਂਦਾ ਹੈ। ਪਰ ਕੁਝ ਦਿਨਾਂ ਤੋਂ ਬਾਅਦ ਮਾਇਆਵੀ ਸੁਰਤ ਜਦੋਂ ਖਚਤ ਹੁੰਦੀ ਹੈ ਮਾਇਆ 'ਚ, ਉਹੀ ਜਿਹੜਾ ਨਾਮ ਲੈਂਦਿਆਂ ਹਟਕੋਰੇ ਭਰਦਾ ਸੀ, ਐਸਤਾ ਐਸਤਾ ਉਹਦੇ ਗਲੇ ਤੋਂ ਬਾਹਰ ਹੀ ਕੇਵਲ ਨਾਮ ਰਹਿ ਜਾਂਦਾ, ਅੰਦਰ ਕੋਈ ਅਸਰ ਹੀ ਨਹੀਂ ਹੁੰਦਾ। ਹੁਣ ਜਿਹੜੀ ਅਵਸਥਾ ਪਹਿਲਾਂ ਸੀ ਜਦੋਂ ਸ਼ੁਰੂਆਤ ਹੋਈ, ਉਹ ਅਵਸਥਾ ਸਮਾਂ ਪਾ ਕੇ ਬੰਦਿਆਂ ਦੀ ਚਲੀ ਗਈ। ਹਾਂ, ਹੁਲਾਰਾ ਜ਼ਰੂਰ ਮਿਲਿਆ, ਨੇਤਰ ਭਿੱਜੇ ਬਾਣੀ 'ਚ ਮਨ ਲੱਗਾ, ਚਿੱਤ ਨੇ ਕਿਹਾ ਬਸ ਨਾਮ ਤੋਂ ਬਿਨਾ ਕੁਛ ਨਹੀਂ। ਪਿਆਰਿਓ, ਉਹ ਲਚਕੀਲਾਪਣ, ਉਹ ਕੋਮਲਤਾ ਜਦੋਂ ਬਾਹਰਮੁਖੀ ਸਮੇਂ ਨੇ ਪ੍ਰਭਾਵ ਪਾਇਆ, ਜਿਵੇਂ ਪੱਤਾ ਕੋਮਲ ਤੋਂ ਖਰਵਾ ਹੋ ਜਾਂਦਾ ਹੈ, ਉਹੀ ਬੰਦਾ ਫਿਰ ਰੱਬ ਦੀ ਗੱਲ ਤਾਂ ਕਰਦਾ ਪਰ ਅੰਦਰੋਂ ਖਰਵਾ ਜਿਹਾ ਹੋਇਆ ਬੈਠਾ ਰਹਿੰਦਾ। ਹਜ਼ੂਰ ਨੇ ਇੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਗੁਰਸਿੱਖੋ, ਪੱਤਾ ਜਿਹੜਾ ਹੈ ਉਹ ਕੋਮਲਤਾ ਲਚਕੀਲਾਪਣ ਰੁੱਖ ਉਹਦਾ ਮੁੱਕ ਸਕਦਾ ਹੈ, ਪਰ ਜਿਹੜਾ ਹੀਰਾ ਹੈ ਨਾ, ਜ਼ੋਰੀ ਸੱਜਣ ਜੇ ਸੁਣਦੇ ਹੋਣ, ਉਸ ਹੀਰੇ ਨੂੰ ਚਿਣੀ ਚਿਣੀ ਵੀ ਕਰ ਦਿਓ ਨਾ ਤਾਂ ਉਹ ਘਸਦਾ ਹੈ, ਪੱਥਰ ਘਸ ਜਾਏਗਾ, ਹੀਰੇ ਨੂੰ ਕਿਹੜਾ ਘਸਾ ਸਕਦਾ ਜੀ। ਉਹਦਾ ਟੁਕੜੇ ਕਰ ਦਿਓ, ਜੋ ਮਰਜ਼ੀ ਕਰ ਦਿਓ, ਉਹ ਆਪਣੇ ਗੁਣ ਨੂੰ ਕਦੀ ਨਹੀਂ ਛੱਡਦਾ। ਇੱਥੇ ਫਿਰ ਦੂਜਾ ਅਰਥ ਇਉਂ ਕਰਾਂਗੇ ਕਿ ਅਸਲ 'ਚ ਆਤਮਿਕ ਬਿਰਤੀ ਜਿਹੜੀ ਹੀਰੇ ਦੀ ਤਰ੍ਹਾਂ ਬਣ ਜਾਏ ਕਿ ਜਿਹਦੇ ਵਿੱਚ ਕੋਈ ਤਬਦੀਲੀ ਨਾ ਆਵੇ। ਇਸ ਤੋਂ ਅੱਗੇ ਕਬੀਰ ਸਾਹਿਬ ਹੋਰ ਫਿਰ ਗੱਲ ਕਰਨ ਲੱਗੇ, ਕਹਿਣ ਲੱਗੇ ਹੋ ਸਕਦਾ ਹੀਰਾ ਵੀ ਖੰਡਿਤ ਹੋ ਜਾਏ, ਪਰ ਜਿਸ ਬੰਦੇ ਦੇ ਅੰਦਰ ਉਹੋ ਜਿਹਾ ਪ੍ਰੇਮ ਬਣਿਆ ਰਹੇ ਜਿਹੜੀ ਸ਼ੁਰੂਆਤ ਸੀ, ਮਰਦੇ ਦਮ ਤੱਕ ਉਹ ਚਾਹ, ਉਹ ਉਮਾ, ਉਹ ਖੇੜਾ ਬੰਦਗੀ ਦਾ ਬਣਿਆ ਰਹੇ। ਕਹਿਣ ਲੱਗੇ ਕੀ ਰਤਨ ਤੇ ਕੀ ਹੀਰੇ, ਉਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਜਿਹਦੀ ਆਤਮਿਕ ਅਵਸਥਾ ਸਦਾ ਥਿਰ ਰਹਿੰਦੀ ਹੈ। ਫਿਰ ਬੇਨਤੀ ਸੁਣਿਓ ਕਿ ਇਹਦਾ ਮਤਲਬ ਉਹ ਦਿਨ ਚਲੇ ਗਏ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੇ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ। ਹੀਰਾ ਭਾਵੇਂ ਸਥਿਰ ਅਵਸਥਾ ਰੱਖਦਾ ਹੈ, ਪਰ ਸਮੇਂ ਨਾਲ ਹੋ ਸਕਦਾ ਉਹ ਖੰਡਿਤ ਹੋ ਜਾਏ, ਪਰ ਆਤਮਿਕ ਅਵਸਥਾ ਜਿਹੋ ਜੀ ਲਿਵ ਮਾਂ ਦੇ ਉਦਰ ਵੀ ਸੀ, ਜੇ ਕਿਤੇ ਮਰਦੇ ਸਮੇਂ ਵੀ ਲਿਵ ਉਸੇ ਤਰ੍ਹਾਂ ਰਹਿੰਦੀ ਜਿਵੇਂ ਜਨਮ ਲੈ ਕੇ ਪਹਿਲਾ ਸਾਹ ਤੂੰ ਲਿਵ ਚਲਿਆ, ਤੇ ਮਰਦਿਆਂ ਜੇ ਕਿਤੇ ਆਖਰੀ ਸਾਹ ਲਿਆ ਹੁੰਦਾ ਤੇ ਤੇਰੀ ਕੀਮਤ ਕੋਈ ਪੈ ਨਹੀਂ ਸਕਦੀ। ਉਸ ਅਵਸਥਾ ਨੂੰ ਕਾਇਮ ਰੱਖ ਦੋ। ਪਰ ਇੱਥੇ ਬੇਨਤੀ ਹੈ, ਨਿਰਾਸ਼ ਨਹੀਂ ਹੋਣਾ। ਅੱਜ ਗੁਰੂ ਸਾਹਿਬ ਨੇ ਬੜਾ ਧੀਰੀ ਦਿੱਤਾ, ਗਈ ਬਹੌੜ ਬੰਦੀ ਛੋੜ। ਮਹਾਰਾਜ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨ ਰਤਨ ਕਰੋੜ। ਦੂਸਰੀ ਬੇਨਤੀ ਇੱਕ ਹੋਰ ਮੈਂ ਕਰ ਦੇਣਾ, ਕਈ ਵਾਰੀ ਕੋਈ ਚੀਜ਼ ਗਵਾਚ ਜਾਏ ਨਾ ਜੀ, ਮਰ ਜਾਏ, ਪੈਸਾ ਮਰ ਜਾਏ, ਕੋਈ ਚੀਜ਼ ਗਵਾਚ ਜਾਏ, ਤੇ ਫਿਰ ਕਦੀ ਤੁਸੀਂ ਦੇਖਿਓ ਬੰਦਾ ਧਰਮ ਵਾਲੇ ਪਾਸੇ ਬੜੇ ਚਾਅ ਨਾਲ ਆਉਂਦਾ। ਇਹ ਅਸਲੀਅਤ ਹੈ। ਜਦੋਂ ਬੰਦੇ ਨੂੰ ਲੋਹਾ ਹੈ ਤਾਂ ਸਵਾਰਥੀ ਮਾਣੀ ਨਾ, ਜਦੋਂ ਲੋੜ ਪੈਂਦੀ ਏ ਗੁਰਮੁਖੋ ਉਦੋਂ ਪੁੱਛੋ ਕੋਈ ਨਾ, ਉਦੋਂ ਮੇਰਾ ਗੁਰੂ ਹੀ ਸਭ ਕੁਝ, ਮੇਰਾ ਪਰਮਾਤਮਾ ਹੀ ਸਭ ਕੁਝ, ਮੈਂ ਇੰਨੀ ਸੇਵਾ ਕਰਨਾ, ਮੈਂ ਇੰਨੀਆਂ ਮਾਲਾ ਜਪਣਾ, ਮੈਂ ਇੰਨੇ ਪਾਠ ਕਰਨਾ। ਤੇ ਜੇ ਕੰਮ ਨਿਕਲ ਜਾਏ, ਕਹਿੰਦਾ ਨਹੀਂ ਜੀ ਹੁਣ ਬਿਜੀ ਇੰਨੇ ਕੁ ਹੋ ਗਿਆ, ਹੁਣ ਤਾਂ ਨਿਤਨੇਮ ਦਾ ਵੇਲ ਵੀ ਨਹੀਂ ਮਿਲਦਾ। ਵਾਹ ਉਹ ਬੰਦਿਆ, ਜਦੋਂ ਤੇਰੇ ਪੱਲੇ ਕੁਛ ਨਹੀਂ ਸੀ ਉਦੋਂ ਤੂੰ ਬੇਨਤੀਆਂ ਅਰਦਾਸਾਂ ਕੀਤੀਆਂ, ਸ਼ਬਦ ਪੁੱਛਦਾ ਫਿਰਦਾ। ਮੈਂ ਜਦੋਂ ਕਥਾ ਤੋਂ ਬਾਹਰ ਨਿਕਲਣਾ ਨਾ ਜੀ, ਮੈਂ ਵੈਸੇ ਲਾਈਵ ਕਹਿਣਾ ਨਹੀਂ ਚਾਹੀਦਾ, ਬੀਬੀਆਂ ਭੈਣਾਂ ਕਈ ਮਿਲਦੇ ਆ, ਬੱਚੇ ਦੇ ਸਿਰ ਤੇ ਹੱਥ ਰੱਖੋ ਜੀ, ਬਾਬਾ ਜੀ ਅਰਦਾਸ ਕਰੋ। ਮੈਂ ਕਿ ਤੁਹਾਨੂੰ ਬੇਨਤੀ ਕਰਾਂ, ਜੇ ਇਸ ਦਰ ਤੇ ਆ ਕੇ ਵੀ ਬੰਦੇ ਦੇ ਹੱਥ ਸਿਰ ਤੇ ਰਖਾਣਾ, ਯਾਦ ਰੱਖਿਓ ਪੂਰੀ ਕਿਸੇ ਥਾਂ ਤੋਂ ਨਹੀਂ ਪੈਣੀ। ਬੜੀ ਮੈਂ ਸਖਤੀ ਸ਼ਬਦ ਕਹਿ ਰਿਹਾ, ਮੈਂ ਵੀ ਆਇਆ, ਤੁਸੀਂ ਵੀ ਆਏ ਹੋ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਤੇ ਜੇ ਇਹਦੇ ਵਰਗਾ ਥਾਂ ਕੋਈ ਨਹੀਂ, ਫਿਰ ਬੰਦੇ ਦੀ ਆਸ ਮਤ ਰੱਖੋ। ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੀਏ, ਬਾਣੀ ਪੜ੍ਹੀਏ, ਖੱਥੀ ਸੇਵਾ ਕਰੀਏ, ਸਿਮਰਨ ਕਰੀਏ। ਫਿਰ ਹੀ ਮੇਰੀ ਬੇਨਤੀ ਹੈ, ਬੰਦਾ ਜਦੋਂ ਕੋਈ ਚੀਜ਼ ਪ੍ਰਾਪਤ ਕਰਨੀ ਹੁੰਦੀ ਉਦੋਂ ਬੜੀਆਂ ਅਰਦਾਸਾਂ ਬੇਨਤੀਆਂ ਕਰਦਾ, ਤੇ ਕਰਨੀ ਵੀ ਚਾਹੀਦੀ। ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ। ਬੇਨਤੀ ਕਰੀਏ ਮਾਲਕ ਤੂੰ ਸਾਡੀ ਇਹ ਲੋੜ ਪੂਰੀ ਕਰ। ਪਰ ਬੇਨਤੀ ਹੈ ਲੋੜ ਪੂਰੀ ਹੋ ਜਾਏ, ਫਿਰ ਉਹਨਾਂ ਪਾਠ ਕਿਉਂ ਨਹੀਂ ਕਰਦਾ ਜਿੰਨਾ ਲੋੜ ਵੇਲੇ ਕੀਤਾ?
ਉਹਨਾਂ ਝਾੜੂ ਪੋਚਾ ਕਿਉਂ ਨਹੀਂ ਲਾਂਦਾ ਜਿੰਨੀ ਲੋੜ ਵੇਲੇ ਕੀਤਾ? ਇਹਦਾ ਮਤਲਬ ਤੇਰੇ ਅੰਦਰ ਲਾਲਚ ਸੀ, ਤੇਰੇ ਅੰਦਰ ਪ੍ਰੇਮ ਨਹੀਂ। ਤੂੰ ਲਾਲਚ ਦੇ ਅਧੀਨ ਇਮੋਸ਼ਨਲ ਹੋ ਕੇ ਰੋਈ ਜਾਂਦਾ ਸੀ। ਗਰੀਬ ਨੂੰ ਰੱਖ ਲੈ। ਜਿੱਦਣ ਤੇਰਾ ਲਾਲਚ ਪੂਰਾ ਹੋ ਗਿਆ ਤੇਰੀਆਂ ਅੱਖਾਂ ਹੀ ਬਦਲ ਗਈਆਂ, ਅੱਖਾਂ 'ਚ ਪਾਣੀ ਕਿੱਥੇ ਹੋਣਾ? ਮਹਾਰਾਜ ਨੇ ਕਿਹਾ ਕਬੀਰ ਕਾਮ ਪਰੈ ਖਰ ਸਿਮਰੀਐ, ਐਸਾ ਸਿਮਰੋ ਨਿਤ। ਗਈ ਬਹੌੜ ਮੈਂ ਅਰਜ਼ ਕਰ ਰਿਹਾ, ਜੇ ਕੰਮ ਪੈਂਦਾ ਤੂੰ ਚੇਤੇ ਕਰ ਰਿਹਾ ਪਰਮਾਤਮਾ ਨੂੰ। ਕਾਮ ਪਰੈ ਖਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਖਰ ਗਿਆ ਬਹੋਰੈ ਬਿਤ। ਇੱਕ ਤਾਂ ਤੈਨੂੰ ਅਮਰਾਪੁਰ ਰੱਬ ਦੇ ਘਰ 'ਚ ਥਾਂ ਮਿਲੂਗੀ ਉਹ ਬੰਦਿਆ, ਦੂਜਾ ਜਿਹੜਾ ਤੇਰਾ ਬਿੱਤਦਰ ਤੇ ਖਜ਼ਾਨਾ ਪੈਸਾ ਡੁੱਬ ਗਿਆ ਮਰ ਗਿਆ, ਤੂੰ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰ, ਤੇਰੇ ਮਰੇ ਹੋਏ ਧਨ ਨੂੰ ਵੀ ਵਾਪਸ ਲੈ ਆਵੇਗਾ। ਇਹਦਾ ਭਾਵ ਅਰਥ ਜਿਹੜੀ ਤੇਰੀ ਸੁਰਤ, ਜਿਹੜੀ ਤੇਰੀ ਲਿਵ ਬੰਦਗੀ 'ਚ ਜੁੜੀ ਹੋਈ ਗਵਾਚ ਗਈ ਹੈ ਨਾ, ਤੂੰ ਬੇਨਤੀ ਕਰ ਗੁਰੂ ਤੇਰੀ ਉਸ ਗਵਾਚੀ ਕੋਈ ਸੁਰਤ ਨੂੰ ਵੀ ਵਾਪਸ ਲੈ ਆਏਗਾ। ਮੈਂ ਇੱਥੇ ਥੋੜੀ ਜਿਹੀ ਤਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਗਈ ਬਹੋੜ। ਹੁਣ ਇੱਕ ਘਟਨਾ ਅਸੀਂ ਲੈ ਲੈਨੇ ਆ, ਇਹ ਸਾਰੀ ਕਥਾ ਸੌਖੀ ਹੋਰ ਸਰਲ ਹੋ ਜਾਏਗਾ ਕੰਮ। ਗੱਲ ਸਿਰਫ ਕਥਾ ਦਾ ਮਤਲਬ ਇਹ ਹੈ ਕਿ ਜਿਹੜਾ ਸ਼ਬਦ ਆਇਆ ਆਪਾਂ ਉਹਦੀ ਵਿਚਾਰ ਕਰਨੀ। ਮੈਂ ਉਂਝ ਹਰ ਸਾਲ ਬੇਨਤੀ ਕਰਨਾ ਕਿ ਮੰਜੀ ਸਾਹਿਬ ਦੀ ਸ਼ਬਦ ਦੀ ਕਥਾ ਸ਼ਬਦ ਦੀ ਹੀ ਕਥਾ ਰਹਿਣ ਦਈਏ ਪਲੀਜ਼। ਮੇਰੀ ਫਿਰ ਅਰਜ਼ ਹੈ, ਗੁਰੂ ਨੇ ਜੋ ਹੁਕਮ ਦਿੱਤਾ ਉਹਦੇ ਹੁਕਮ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਚੱਲੀਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਇੱਕ ਘਟਨਾ ਵਾਪਰੀ ਅੰਮ੍ਰਿਤਸਰ ਗੁਰੂ ਸਾਹਿਬ ਦੇ ਵੇਲੇ, ਤੁਹਾਨੂੰ ਸਭ ਨੂੰ ਚੇਤੇ ਵੇ। ਕਦੀ ਅਵਸਥਾ ਸੀ ਸ਼ਬਦ ਰਹਿ ਗਏ ਪਰ ਅਵਸਥਾ ਗਵਾਚ ਗਈ। ਆਪ ਸਭ ਨੂੰ ਪਤਾ ਹੈ ਕਿ ਗੁਰੂ ਅਰਜੁਨ ਦੇਵ ਮਹਾਰਾਜ ਜਿੱਥੇ ਅੱਜ ਹਰਮੰਦਰ ਸਾਹਿਬ ਹੈ ਨਾ ਜੀ, ਜਦੋਂ ਸਰੋਵਰ ਨਹੀਂ ਸੀ ਅਜੇ ਪੱਟਿਆ, ਗੁਰੂ ਰਾਮਦਾਸ ਜਦੋਂ ਆਏ ਸਨ, ਕੁਛ ਵਿਦਵਾਨ ਇਹ ਕਹਿੰਦੇ ਨੇ ਇਸ ਜਗ੍ਹਾ ਤੇ ਗੁਰੂ ਰਾਮਦਾਸ ਜੀ ਸ਼ਬਦ ਕੀਰਤਨ ਇੱਥੇ ਦੀਵਾਨ ਲੱਗਦਾ ਹੁੰਦਾ ਸੀ। ਬਾਅਦ ਵਿੱਚ ਹਰਮੰਦਰ ਸਾਹਿਬ ਬਣਦਾ ਹੈ ਨਾ ਜੀ, ਗੁਰੂ ਅਰਜੁਨ ਦੇਵ ਬਣਾਉਂਦੇ ਆ, ਇੱਥੇ ਕੀਰਤਨ ਸ਼ਬਦ ਹੁੰਦਾ ਸੀ, ਰੋਜ਼ਾਨਾ ਦੀਵਾਨ ਸਜਣੇ। ਗੁਰੂ ਅਰਜੁਨ ਦੇਵ ਦਾ ਵੇਲਾ ਆਇਆ। ਆਪ ਸਭ ਨੂੰ ਪਤਾ ਹੈ ਕਿ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ, ਉਂਝ ਵੈਸੇ ਵਿਦਵਾਨ ਕਹਿੰਦੇ ਆ ਰਾਏ ਦੀ ਪਦਵੀ ਗੁਰੂ ਅੰਗਦ ਦੇਵ ਵੱਲੋਂ ਮਿਲੀ ਕੋਈ ਸੀ ਬਲਵੰਡ ਜੀ ਨੂੰ, ਕਿਉਂਕਿ ਜਦੋਂ ਅਸੀਂ ਵਾਰ ਪੜ੍ਹਨੇ ਆ ਨਾ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਰਾਏ ਦੀ ਪਦਵੀ ਮਿਲੀ। ਕੋਈ ਸੱਜਣ ਗੁਰੂ ਅਰਜੁਨ ਦੇਵ ਦਾ ਜ਼ਿਕਰ ਕਰਦੇ ਆ, ਪਰ ਰਾਏ ਦੀ ਪਦਵੀ ਸੀ। ਐਡੇ ਸੋਹਣੇ ਕਮਾਲ ਦੇ ਗਵਈਏ ਸਨ, ਇਹ ਰਬਾਬੀ ਸਨ ਗੁਰੂ ਘਰ ਦੇ। ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਕਿੰਨੇ ਕਮਾਲ ਦਾ ਕੀਰਤਨ ਕਰਨਾ ਜੀ, ਸੰਗਤ ਐ ਸੁੰਨ ਹੋ ਜਾਣਾ ਕੀਰਤਨ ਜਦੋਂ ਹੋਣਾ, ਪਰ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਪਿਆਰਿਓ। ਮੈਂ ਇੱਕ ਦਿਨ ਕਿਹਾ ਸੀ ਕਿ ਦੁੱਧ ਇਕੱਠਾ ਕੀਤਾ ਹੋਵੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਮੱਝਾਂ ਨੂੰ ਚਰਾ ਕੇ ਗਾਵਾਂ ਨੂੰ ਚਰਾ ਕੇ ਦੁੱਧ ਇਕੱਠਾ ਕੀਤਾ ਹੋਵੇ, ਐ ਭਾਂਡਾ ਟੱਪ ਦੁੱਧ ਦਾ ਭਰ ਕੇ ਰੱਖਿਆ ਹੋਵੇ ਤੇ ਉਹਦੇ ਵਿੱਚ ਇੱਕ ਕਾਂਜੀ ਦੀ ਬੂੰਦ ਸੱਟ ਦਿਓ ਨਾ, ਉਹ ਦੁੱਧ ਸਾਰਾ ਫਟ ਜਾਂਦਾ ਹੈ। ਦੁੱਧ ਇੱਕ ਕਾਂਜੀ ਦੀ ਬੂੰਦ ਨਾਲ ਫਟ ਜਾਂਦਾ ਹੈ। ਰੂਹ ਭਾਵੇਂ ਕਈ ਸਾਲਾਂ ਦਾ ਇਕੱਠਾ ਕੀਤਾ ਹੋਵੇ, ਇੱਕ ਨਿੱਕੀ ਜੀ ਚਿੰਗ ਵਿੱਚ ਰੱਖ ਦਿਓ ਤੇ ਸਾਲਾਂ ਦਾ ਇਕੱਠਾ ਕੀਤਾ ਰੂਹ ਸੜ ਕੇ ਸਵਾਹ ਹੋ ਜਾਂਦਾ ਹੈ। ਆਹ ਸਰੀਰ 70 72 50 ਸਾਲ 100 ਸਾਲ ਕਹੋ, ਇੰਨਾ ਕੋਈ ਸਰੀਰ ਪਲਿਆ ਹੋਵੇ, ਇੱਕ ਨਿੱਕਾ ਜਿਹਾ ਜ਼ਹਿਰ ਦਾ ਥੋੜਾ ਜਿਹਾ ਹਿੱਸਾ ਜੀਭ ਤੇ ਰੱਖੋ ਤੇ ਬੰਦਾ ਮਰ ਜਾਂਦਾ ਹੈ। ਕਈ ਵਾਰੀ ਕੀਤੇ ਹੋਏ ਜਿਹੜੇ ਗੁਣ ਨੇ ਨਾ, ਉਹਦੇ ਵਿੱਚ ਹੰਕਾਰ ਦੀ ਨਿੱਕੀ ਜੀ ਬੂੰਦ ਪੈ ਦੇ, ਉਹ ਗੁਣਾਂ ਨੂੰ ਵੀ ਵਿਗਾੜ ਕੇ ਰੱਖ ਦਿੰਦੀ ਹੈ, ਕਿਸੇ ਪੱਖ ਤੋਂ ਵੀ ਹੋਵੇ। ਹੁਣ ਉਹ ਕੀਰਤਨ ਕਰ ਰਹੇ ਆ, ਪਰ ਯਾਦ ਰੱਖੋ ਵਿਸ਼ਾ ਆਪਣਾ ਇਹ ਗਈ ਬਹੌੜ। ਕਿੰਨੇ ਕਮਾਲ ਦਾ ਕੀਰਤਨ ਕਰਦੇ ਨੇ ਦੋਨੋਂ। ਚਲੋ ਇਹੀ ਬਿਰਤੀ ਆ ਗਈ ਨਾ ਕਿ ਮਹਾਰਾਜ ਜੀ ਦੇ ਅੱਗੇ ਪਏ ਹੋਏ ਮਾਇਆ ਨੂੰ ਭੇਟਾਂ ਨੂੰ ਵੇਖ ਕੇ ਆਇਆ, ਇਹ ਹੀ ਮੇਰੇ ਘਰ ਆ ਜਾਏ। ਨਹੀਂ ਪਿਆਰਿਓ, ਯਾਦ ਰੱਖਿਓ, ਜਿਹੜੇ ਬੰਦਿਆਂ ਨੂੰ ਗੁਰੂ ਕੀ ਗੋਲਕ ਦੀ ਝਾਕ ਪੈ ਜਾਏ, ਉਹਨਾਂ ਦੀਆਂ ਪੁਸ਼ਤਾਂ ਦਾ ਖਾਤਮਾ ਹੋ ਜਾਂਦਾ ਹੈ। ਇਹ ਸੱਚਾਈ, ਇਹ ਸਮਾਂ ਕਦੀ ਇਹ ਗੁਰੂ ਮੌਕੇ ਦਿੰਦਾ, ਬੰਦਾ ਹੁਣ ਬੰਦਾ ਬਣ, ਹੁਣ ਬਣ, ਹੁਣ ਬਣ। ਜਦੋਂ ਬੰਦਾ ਨਾ ਹੀ ਸੁਧਰੇ ਨਾ, ਯਾਦ ਰੱਖਿਓ ਸਿਰ ਤੋਂ ਪਾਣੀ ਲੰਘ ਜਾਏ, ਫਿਰ ਕਰਤਾ ਆਪਣੇ ਫੈਸਲੇ ਸੁਣਾਉਂਦਾ ਹੈ। ਸਿਰਫ ਇੰਨੇ ਧਿਆਨ ਆ ਗਿਆ ਜੇ ਇਹ ਸਾਡੇ ਕੋਲ ਹੁੰਦੀ, ਇਹੀ ਕਹਿ ਦਿੱਤਾ ਸਾਨੂੰ ਇਹ ਚਾਹੀਦੀ ਹੈ, ਮੈਂ ਮੁੱਕ ਦੀ ਗੱਲ ਕੀ, ਉਹ ਵਿਟਰ ਗਏ ਜੀ। ਉਨੀ ਮਾਇਆ ਨਹੀਂ ਹੋ ਸਕੀ,
शादी सी। हुण ये गल याद रखो जिहड़ी मैं अर्ज कर लगा, गई बहोड़ कि जदों महाराज जी नूं उन्हां ने शब्द कहे, देखो जी आदि गुरु साहब जी बारे बोले, जे गुरु नानक साहब भाई मरदाना जी कीर्तन ना करदे ते कौन जानदा उन्हां नूं। यही शब्द कहे गुरु अर्जुन देव जी ने क्या फिट गए ने। कोई सिख इन्हां नूं मूँह ना लाए, जिहड़ा लाएगा उन्होंने नशर किया जाएगा। तो मैं आपको पिछले सालों च अर्ज की सी, नशर एक सजा हुंदी है जी। उंज वैसे असीं लफ्ज नशर वरत देने आ कि नशर करन दा मतलब सी उस वेले कि गधे ते बिठाना, मूँह ते कालख मलनी, गल दे विच जुत्तियां दा हार पा देना, नशर करना शब्द वरतदे सन। नशर किया जाएगा, चले गए। यही क्या जिथे बैठांगे कीर्तन करांगे। हुण ये गल ध्यान नाल मेरी सुनियो, उन्हां नूं बाणी नहीं भुली, रबाब दियां तारां तरबां नहीं भुलियां, उन्हां नूं राग नहीं भुले, उन्हां नूं आसा की वार पड़ताल गायकी बिल्कुल नहीं भुली। पर की कारण कि उन्हां दी गायकी विच शब्द भी हो ते बंदे भी हो, पर हकीकत ये कि अंदरों रस सुक गया। क्यों? क्योंकि जिहड़ी अंदर दी अवस्था गुरु ने कीर्तन भी दिती हुई सी, वो अंदरों जा चुकी है। इनू फिर थोड़ा जिहा समझण लई किसी एक बचन लैने आ गुरु ग्रंथ साहिब चों। यह भी भगत कबीर साहब दा सलोक है जी। अंब विसाख विच बूर पैंदा है, जेठ हाड़ च नेरियां चलदियां सन पहला, अजकल नहीं इन्नियां। वो अद्धा को बूर झाड़ जांदियां सन। जदों पूरा खनेर आउंदा सी, कई बारी इन्नी तेज़ हवा आउणी कि अंब दे फल नूं झटका लगना। वो निक्की जी कच्ची अंबी उत्तों टाणी नाल जुड़ी रहिंदी सी, झटका वजन नाल थल्लों टुट जांदी सी विचों। छिल्लड़ ओहदी छिलका जुड़िया पर अंदरों टुट गई। ओहदे वर्गे अंब जिहड़े झटके नूं सह गए, तूफान के झटके विच वो अंदरों टुटे नहीं। मेरी फिर बेनती सुनो, आप जी ने देखा होना है कि रुख नाल कुछ अंबियां जदों सुक जाण, अंदरों बाहरों वो छिल्लड़ करके जुड़ियां ने, छिलके करके जुड़ियां ने, पर अंदरों उन्हां दे रस नहीं बनदा। ते जिस दिन माली तोड़न लगदा है, उस दिन जिहड़े अंदरों ते बाहरों अंब जुड़े ने उन्हां च रस भरदा है। जिहड़े बाहरों जुड़े रहन अंदरों टुट जाण, वो लगे टाणी नाल रहिंदे पत्थर की तरह कठोर हो जाते हैं। बस आई जदों अंदर की अवस्था गवाच जाए ना, बेनती सुनियो। कबीर साहब ने क्या, कबीर फल लागे फलन, पाकन लागे आंब, जाए पहुंचे खसम के जो बीच ना खाही कांब। कांबा झटका नहीं वजा उन्होंने, वो खसम दे पहुंच गए। कई बारी ये सच है, आम जपन वाले नाल भी वापर जाता है। बाहर मुखी नितनेम करता है, कीर्तन भी करता है, सुनता भी है, बाहरों सच्ची मुच्ची हट करके बेचारा जुड़िया है, पर अंदरों तार वासना करके टुट जाती है। प्यारिओ याद रखियो, वो रस कोई नहीं बनता। हुण जे कहे जी बाणी च रस कोई नहीं, कई बार साडे सज्जन कह देंदे आ ना जी, देखो जी नितनेम कर रहे हैं, पता नहीं बाणी चों रस नहीं आ रहा। सब तो पहली गल ये बहन कहनी बंद करिए, ये बेलव नूं सुनियो कि बाणी चों रस नहीं आ रहा जी, अजकल नितनेम चों रस नहीं आ रहा। ये सब तो वड्डा झूठ बेदबी भरिया शब्द है। यदा मतलब कि बाणी विच कोई नुक्स पै गया, तू बिल्कुल ठीक से बाणी का स्वाद फिका पै गया। ये कहना शुरू करिए मेरा मन रोगी हो गया, अजकल रस नहीं मान रहा। रस ना होना तो रस ना मानना बड़ा फर्क है। कह देना जी नहीं अजकल बाणी चो रस नहीं आ रहा, वो प्यारे बाणी हर वक्त ही रस भरपूर है। जे रस नहीं आ रहा तो चेते रखी, तेनों किते झटका वज गया किसी वासना का, तेनों कांबा पै गया अंदरों उस अंब की तरह। मैं बेनती करा, अंदर बंदे का सुक जाता है जी, बाहरों भावें वो फिर खरवा जा हो जाता, रुखा जा हो जाता है, कुरजी जाता है, जने खने नूं पई जाता है। महाराज कहंदे आ फिर अरदास कर, रब मेहर करे तेरी वो बंदगी वाली दात वापस आ जाए। हुण ये भाई साहब हुणी, भाई सत्ता जी, भाई बलवंड जी, मैं वेखो अदब नाल ना लाँगा, एवें ये शब्दां नूं ना बेअदबी करिया करिए जी, तो फलाना सत्ता बलवंड बन गया जी। वो भाई सत्ता बलवंड किन्ने बन जाना, वो तो बाणी दे उचारण करता बन गए सन, क्योंकि असीं खैड़ा नहीं छड्डदे ना उगण दा। भाई साहब हुणी
ਉਹਨਾਂ ਕੋਲ ਕੀਰਤਨ ਹੈ, ਉਹਨਾਂ ਕੋਲ ਸ਼ਬਦ ਚੇਤੇ ਨੇ, ਰਾਗ ਹੈ, ਪਰ ਅੰਦਰ ਦਾ ਰਸ ਮੁੱਕ ਗਿਆ, ਰਸ ਨਹੀਂ ਰਿਹਾ, ਕੋਈ ਨਹੀਂ ਸੁਣ ਰਿਹਾ। ਹਾਂ, ਗੁਰੂ ਬੜੇ ਸਮਰੱਥ ਨੇ। ਭਾਈ ਲੱਦਾ ਜੀ ਵਾਪਸ ਲੈ ਕੇ ਆ ਗਏ। ਇੱਥੇ ਅੱਜ ਜਿੱਥੇ ਆਪ ਜੀ ਬੈਠੇ ਹੋ, ਇਸੇ ਨਗਰ 'ਚ, ਇਸੇ ਥਾਂ ਤੇ ਗਧੇ ਤੇ ਚੜ੍ਹ ਕੇ ਆਏ, ਨਸ਼ਰ ਕਰਕੇ ਆਏ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਹਰ ਆਏ, ਸਤਿਗੁਰਾਂ ਨੇ ਭਾਈ ਲੱਦਾ ਜੀ ਨੂੰ ਦੇਖਿਆ, ਉਹਨਾਂ ਦੇ ਨੇਤਰ, ਉਹਨਾਂ ਦਾ ਚਿਹਰਾ ਲਾਹੌਰ ਤੋਂ ਆਏ ਸਨ। ਸਤਿਗੁਰਾਂ ਦੇ ਨੇਤਰ ਭਿੱਜ ਗਏ। ਕਹਿਣ ਲੱਗੇ, ਆਹ ਕੀ ਕੀਤਾ ਤੁਸਾਂ ਨੇ? ਕਹਿਣ ਲੱਗੇ, ਸਤਿਗੁਰੂ ਤੇਰਾ ਸਿੱਖ ਆ ਨਾ, ਤੇ ਸਿੱਖ ਦਾ ਫਰਜ਼ ਪਹਿਲਾਂ ਗੁਰੂ ਦਾ ਹੁਕਮ ਮੰਨੇ। ਆਇਆ ਹਾਂ ਲੈ ਕੇ ਮੈਂ ਨਾਲ। ਪਿੱਛੇ ਦੋਨੋਂ ਭਰਾ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਲੈ ਕੇ ਆਇਆ। ਮਹਾਰਾਜ ਬਿਰਹਾ ਵਿੱਚ ਸਨ, ਭਾਵਕ ਬਹੁਤ ਸਨ। ਭਾਈ ਲੱਦਾ ਜੀ ਨੂੰ ਦੇਖ ਕੇ ਕਹਿਣ ਲੱਗੇ, ਤੁਹਾਨੂੰ ਪਤਾ ਹੈ, ਤੁਹਾਨੂੰ ਇਹ ਸਮਝ, ਇਹਨਾਂ ਨੇ ਗਲਤੀ, ਇਹਨਾਂ ਨੇ ਗੁਨਾਹ ਕੀ ਕੀਤਾ? ਈਸ਼ ਨਿੰਦਾ ਹੈ। ਗੁਰਮੁਖੋ, ਜਿਹੜਾ ਸਿੱਖ ਆਪਣੀ ਗੁਰੂ ਦੀ ਨਿੰਦਿਆ ਸ਼ੁਰੂ ਕਰਦਾ, ਯਾਦ ਰੱਖੋ ਉਸ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਹੁੰਦੀ। ਉਹ ਵਿਦਵਤਾ ਦੇ ਚਾਅ 'ਚ ਗੁਰੂ ਹੀ ਨਿੰਦੀ ਜਾਂਦਾ ਹੈ। ਮਹਾਰਾਜ ਨੇ ਕਿਹਾ, ਤੁਹਾਨੂੰ ਪਤਾ ਹੈ ਨਾ ਕੀ ਕੀਤਾ? ਉਸ ਵਕਤ ਭਾਈ ਲੱਦਾ ਜੀ ਦੇ ਬਚਨ ਸੁਣਨ ਵਾਲੇ ਨੇ ਕਹਿਣ ਲੱਗੇ, ਸਤਿਗੁਰੂ ਪਤਾ ਹੈ ਤੇਰੇ ਦਰ ਤੋਂ ਫਿਟਕਿਆਂ ਹੋਇਆਂ ਦਾ, ਇਹ ਲਫ਼ਜ਼ ਫਿਟਕਿਆਂ ਹੋਇਆਂ ਦਾ, ਫਿਟਕਿਆ ਵਕੀਲ ਬਣ ਕੇ ਆਇਆ। ਤੁਸੀਂ ਇਹਨਾਂ ਦੇ ਔਗਣ ਨਾ ਦੇਖੋ, ਤੁਸੀਂ ਆਪਣੇ ਘਰ ਦੀ ਰਹਿਮਤ ਦੇਖੋ, ਇਹਨਾਂ ਨੂੰ ਬਖਸ਼ ਦਿਓ। ਇਹਨਾਂ ਦੇ ਔਗਣ ਨਾ ਦੇਖੋ। ਹੁਣ ਆ ਦੇਖੋ ਕੀ ਗਈ ਬਹੌੜ ਹੋਣ ਨਹੀਂ ਲੱਗੀ, ਕਿੱਥੇ ਕੀਰਤਨ, ਕਿੱਥੇ ਅਵਸਥਾ। ਗੁਰੂ ਸਾਹਿਬ ਨੇ ਕਿਹਾ, ਭਾਈ ਸਿੱਖਾ ਤੂੰ ਲੈ ਕੇ ਆਇਆ ਜੀ, ਆਇਆ। ਤੇ ਨਾਲ ਇੱਕ ਸ਼ਬਦ ਬੜੇ ਕਮਾਲ ਦਾ ਕਿਹਾ। ਕਹਿਣ ਲੱਗੇ, ਕੱਲ ਪਰਸੋਂ ਉਦਾਹਰਨ ਦਿੱਤੀ ਸੀ ਕਿ ਭਾਈ ਪਾਣੀ ਤੋਂ ਬਿਨਾਂ ਖੇਤੀ ਮਰ ਜਾਏ ਤੇ ਪਾਣੀ ਖਰਿਆ ਕਰ ਦਿੰਦਾ ਹੈ, ਪਾਣੀ 'ਚ ਰਹਿ ਕੇ ਖੇਤੀ ਮਰ ਜਾ, ਉਹਨੂੰ ਕੋਈ ਨਹੀਂ ਖਰਿਆ ਕਰਦਾ। ਕਹਿਣ ਲੱਗੇ, ਗੁਰੂ ਦੇ ਧੱਕੇ ਨੂੰ ਸਿੱਖ ਬਚਾ ਲੈਂਦਾ ਹੈ, ਜਿਹਨੂੰ ਕਮਾਈ ਵਾਲਾ ਧੱਕਾ ਦੇ ਦੇ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ। ਤੂੰ ਵਾਪਸ ਲੈ ਕੇ ਆਇਆ। ਹਜ਼ੂਰ ਨੇ ਕਿਹਾ, ਆਪਣੀ ਰਸਨਾ ਤੋਂ ਸਿਫਤ ਕਰੋ, ਕਿਉਂਕਿ ਨਿੰਦਿਆ ਦਾ ਰੋਗ ਸਿਫਤ ਨਾਲ ਮਿਟਦਾ ਹੈ। ਹੁਣ ਮੇਰੀ ਬੇਨਤੀ ਸੁਣਿਓ ਜੀ। ਕੀਰਤਨ ਸੀ, ਅਵਸਥਾ ਸੀ, ਸਮੇਂ ਦਾ ਗੇੜ ਆਇਆ, ਸਭ ਕੁਝ ਚਲਾ ਗਿਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਰਹਿਮਤ ਵਰਤੀ, ਕੱਲਾ ਕੀਰਤਨ ਨਹੀਂ ਆਇਆ, ਅੱਗੇ ਸਿਰਫ ਕੀਰਤਨ ਦੇ ਰਸੀਏ, ਕੀਰਤਨ ਕਰਨ ਵਾਲੇ ਸਨ। ਹੁਣ ਗੁਰੂ ਜੀ ਨੇ ਇੰਨੀ ਉੱਚੀ ਅਵਸਥਾ ਦਿੱਤੀ, ਦੋਨਾਂ ਰਬਾਬੀਆਂ ਦੇ ਅੰਦਰ ਧੁਰਕੀ ਬਾਣੀ ਆ ਗਈ। ਇਹ ਆਪ ਬਾਣੀ ਉਚਾਰਨ ਕਰਨ ਲੱਗ ਪਏ। ਇਹਨਾਂ ਨੇ 8 ਪੌੜੀਆਂ ਗੁਰੂ ਜੀ ਦੀ ਸਿਫਤ ਵਿੱਚ ਕਹੀਆਂ। ਮੈਂ ਫਿਰ ਬੇਨਤੀ ਕਰਾਂਗਾ, ਗਵਾਚੀ ਹੋਈ ਅਵਸਥਾ ਕੋਈ ਬੰਦਾ, ਜਿਹੜੇ ਘਰਾਂ 'ਚ ਬੈਠੇ ਆ, ਵੀ ਨਿਤਨੇਮ ਪਹਿਲਾਂ ਕਰਦੇ ਸਨ ਛੁੱਟ ਗਿਆ, ਨਾਮ ਜਪਦੇ ਸਨ ਛੁੱਟ ਗਿਆ, ਸੇਵਾ ਕਰਦੇ ਉਹ ਗੁਰਮੁਖੋ, ਅੱਜ ਗੁਰੂ ਅਰਜਨ ਦੇਵ ਸੱਦਾ ਦੇ ਕੇ ਕਹਿੰਦੇ ਨੇ, ਅਰਦਾਸ ਕਰੋ, ਗਈਆਂ ਹੋਈਆਂ ਅਵਸਥਾਵਾਂ ਵਾਪਸ ਆ ਜਾਂਦੀਆਂ ਨੇ। ਸੱਤੇ ਬਲਵੰਡ ਅੰਦਰ ਬਾਣੀ ਆ ਗਈ। ਬਾਣੀ ਆ ਗਈ ਦਾ ਮਤਲਬ ਇੰਨੀ ਅਵਸਥਾ ਉੱਚੀ ਹੋ ਗਈ, ਉਹ ਬਾਣੀ ਦੇ ਉਚਾਰਨ ਕਰਤਾ ਬਣ ਗਏ। ਫਿਰ ਦੇਖੋ, ਜਿਹੜੀ ਜ਼ਬਾਨ ਕਹਿੰਦੀ ਸੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦੇ ਨੇ, ਉਹ ਜ਼ਬਾਨ ਕਹਿਣ ਲੱਗ ਪਈ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ, ਦੇ ਗੁਣਾ ਸਤ ਭੈਣ ਪਾਰਾਵ ਹੈ ਪਾਰੰਗਤ ਦਾਨ ਪੜੀਮਦਾ। ਇਹਦਾ ਮਤਲਬ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦਾ, ਉਹ ਜਿਸ ਦਾ ਨਾਮ ਨਾ ਕਰਤੇ ਪੁਰਖ ਵਾਹਿਗੁਰੂ ਨੇ ਵੱਡਾ ਕੀਤਾ ਹੋਵੇ। ਕਿਸ ਬੰਦੇ ਦੀ ਤਾਕਤ ਹੈ ਉਹ ਗੁਰੂ ਨਾਨਕ ਨੂੰ ਸ਼ਬਦਾਂ ਨਾਲ ਬੋਲ ਕੇ ਕਹੇ ਕਿ ਗੁਰੂ ਨਾਨਕ ਇੰਨਾ ਵੱਡਾ ਹੈ। ਕੀ ਅਵਸਥਾ ਵਾਪਸ ਨਹੀਂ ਆਈ? ਉਹ ਜ਼ਬਾਨ ਕਹਿ ਰਹੀ ਸੀ, ਕੌਣ ਜਾਣਦਾ? ਉਹ ਜ਼ਬਾਨ ਕਹਿੰਦੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਿੰਨੇ ਬਿਆਨ ਕਰਨੀ ਹੈ। ਅੱਗੇ ਕਹਿੰਦੇ ਸਨ, ਸਾਨੂੰ ਇੰਨੇ ਪੈਸੇ ਚਾਹੀਦੇ ਨੇ। ਯਾਦ ਰੱਖੇ, ਇਸ ਵਾਰ ਵਿੱਚ ਨਾ, ਉਂਝ ਵੈਸੇ ਵਾਰ ਦਾ ਪਾਠ ਰੋਜ਼ ਕਰ ਲੈਣਾ ਚਾਹੀਦਾ, ਇਸ਼ਨਾਨ ਕਰਦਿਆਂ ਕਰ ਲਓ। 8 ਪੌੜੀਆਂ ਨੇ, ਬੜੀ ਸੌਖੀ, ਛੇਤੀ ਬੜੀ ਚੇਤੇ ਹੋ ਜਾਂਦੀ ਹੈ। ਉੱਥੇ ਕਹਿੰਦੇ ਸਾਨੂੰ ਇੰਨਾ ਦਿਓਗੇ ਤਾਂ। ਜਦੋਂ 2 ਤੁਕਾਂ ਪੜੀਆਂ, ਇੱਕ ਬਚਨ ਆਉਂਦਾ, ਕਿਆ ਸਾਲਾਹੀ ਸੱਚੇ ਪਾਤਸ਼ਾਹ। ਇਹ ਧੰਨ ਗੁਰੂ ਅਮਰਦਾਸ ਦੀ ਸਿਫਤ ਵਿੱਚ ਤੁਕ ਹੈ। ਕਿਆ ਸਾਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਫਿਰ ਸੁਣਿਓ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਸੱਤੇ ਦਾ ਅਰਥ ਹੈ ਕਿ ਭਾਈ ਸੱਤਾ ਜੀ
ਕਹਿਣ ਲੱਗੇ ਹੁਣ ਸਾਡੀ ਕੋਈ ਮੰਗ ਨਹੀਂ। ਗੁਰੂ ਅਮਰਦਾਸ ਝੋਲੀ ਅੱਡ ਕੇ ਖਲੋਤੇ ਆ, ਜਿਹੜਾ ਦਾਨ ਵੀ ਪਾ ਦੇਂਗਾ ਸਾਨੂੰ ਹਰ ਦਾਨ ਹੀ ਤੇਰਾ ਸਵੀਕਾਰ ਹੈ, ਕੋਈ ਸਾਡੀ ਸ਼ਰਤ ਨਹੀਂ। ਇਹ ਅਵਸਥਾ ਕਿਵੇਂ ਆ ਗਈ? ਮੇਰੀ ਫਿਰ ਬੇਨਤੀ ਹੈ ਭਾਈ, ਗੁਰੂ ਸਾਹਿਬ ਕਹਿੰਦੇ ਆ ਤੁਸੀਂ ਅਰਦਾਸ ਕਰੋ, ਉਹ ਅਵਸਥਾ ਲੱਭ ਜਾ ਕਿਤੇ ਮਾਂ ਦੇ ਉਦਰ ਵਿੱਚ ਜਿਹੜੀ ਸੁਰਤ ਜੁੜੀ ਸੀ, ਉਹ ਅਵਸਥਾ ਲੱਭ ਜਾ ਜਿਹੜਾ ਨਾਮ ਵਿੱਚ ਅੰਦਰ ਭਿੱਜਿਆ ਹੋਇਆ ਸੀ। ਵਾਪਸ ਘਰ ਆ ਜਾਈਏ, ਕੋਈ ਗੱਲ ਨੂੰ। ਗੁਰੂ ਫਿਰ ਵੀ ਇੰਤਜ਼ਾਰ, ਭਾਈ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ, ਉਹ ਕਿਉਂਕਿ ਆਪ ਸਭ ਨੂੰ ਪਤਾ ਹੈ ਜਿਹੜੇ ਲਿਟਰੇਚਰ ਨਾਲ ਸੰਬੰਧਿਤ ਨੇ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨ ਵਾਸਤੇ ਵੀ ਟਿੱਕੀ ਹੋਈ ਸੁਰਤ ਚਾਹੀਦੀ ਹੈ। ਉਹਦੀ ਗੱਲ ਇੰਨੀ ਉੱਚੀ ਹੈ, ਬੰਦੇ ਦੇ ਸਿਰ ਤੋਂ ਲੰਘ ਜਾਂਦੀ ਹੈ। ਕਿਤਾਬ ਰੱਖ ਕੇ ਕਹਿੰਦਾ ਪਤਾ ਨਹੀਂ ਕੀ ਬੋਲੀ ਜਾਂਦਾ, ਕੀ ਲਿਖ ਗਏ। ਉਹਨਾਂ ਸ਼ਬਦ ਕਿਹਾ ਸੀ, ਅੰਮ੍ਰਿਤਧਾਰੀ ਸਨ ਨਾ ਬਚਪਨ 'ਚ, ਜਾਪਾਨ ਗਏ, ਪਹਿਲਾਂ ਬੋਧੀ ਬਣ ਗਏ, ਫਿਰ ਸਵਾਮੀ ਰਾਮ ਦੇ ਪ੍ਰਭਾਵ ਥੱਲੇ ਆ ਕੇ, ਸਵਾਮੀ ਰਾਮ ਜੀ ਦੇ ਪ੍ਰਭਾਵ ਥੱਲੇ ਆ ਕੇ ਵੇਦਾਂਤੀ ਬਣ ਗਏ, ਭਗਵੇਂ ਕੱਪੜੇ ਪਾ ਲਏ, ਕੇਸ ਕਤਲ ਕਰ ਦਿੱਤੇ। ਪਰ ਜਦੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਭਾਈ ਵੀਰ ਸਿੰਘ ਮਿਲੇ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ, ਸੱਚੀ ਮੁੱਚੀ ਅੰਦਰ ਨੂੰ ਰੰਗ ਲੱਗ ਗਿਆ। ਉਹ ਲਿਖਦੇ ਨੇ, ਮੈਂ ਬਹੁਤ ਸਮਾਂ ਪਹਿਲਾਂ ਆਪਣੇ ਬਾਪੂ ਦੇ ਘਰੋਂ ਬਹੁਤ ਦੂਰ ਚਲਾ ਗਿਆ ਸਾਂ। ਮੈਂ ਆਪਣੇ ਸ਼ਬਦਾਂ 'ਚ ਕਹਿ ਰਿਹਾ, ਮੈਂ ਬਿਲਕੁਲ ਉਹ ਸ਼ਬਦ ਨਹੀਂ ਵਰਤ ਰਿਹਾ ਜੋ ਲਿਖੇ ਨੇ। ਇਹਦਾ ਮਤਲਬ ਮੈਂ ਆਪਣੇ ਸਤਿਗੁਰੂ ਦੇ ਘਰ 'ਚੋਂ ਚਲਾ ਗਿਆ, ਬਹੁਤ ਦੂਰ ਨਿਕਲ ਗਿਆ, ਪਤਿਤ ਵੀ ਹੋ ਗਏ, ਮੈਂ ਸਭ ਕੁਝ ਛੱਡ ਬੈਠਾ ਤੇ ਮੇਰੇ ਮਨ 'ਚ ਸੀ ਮੈਂ ਵਾਪਸ ਜਾਵਾਂਗਾ। ਮੇਰੇ ਲਈ ਬਾਪੂ ਦੇ ਬੂਹੇ ਬੰਦ ਹੋ ਚੁੱਕੇ ਹੋਣਗੇ, ਦਰਵਾਜ਼ੇ ਬੰਦ ਹੋ ਚੁੱਕੇ ਹੋਣਗੇ। ਕਹਿੰਦਾ ਮੈਂ ਮੁੱਦਤਾਂ ਬਾਅਦ ਵਾਪਸ ਆਇਆ, ਅਜੇ ਵੀ ਮੇਰਾ ਸਤਿਗੁਰੂ ਬੂਹਾ ਖੋਲ ਕੇ ਮੇਰੀ ਇੰਤਜ਼ਾਰ ਕਰ ਰਿਹਾ ਸੀ ਕਿ ਵਾਪਸ ਜ਼ਰੂਰ ਆਏਗਾ। ਕਹਿਣ ਲੱਗੇ ਇਸ ਦੇ ਬੂਹੇ 'ਚ ਮੱਥਾ ਟੇਕਿਆ, ਇਹਦੇ ਸਰਦਲ ਦੇ ਉੱਤੇ ਗੁਰਮੁਖ ਮਿਲਿਆ, ਉਸ ਗੁਰਮੁਖ ਨੇ ਸੀਸ ਤੇ ਹੱਥ ਰੱਖਿਆ, ਉੱਥੋਂ ਕਵਿਤਾ ਦਾ ਜਨਮ ਹੋਇਆ, ਉੱਥੋਂ ਪੰਜਾਬੀ 'ਚ ਲਿਖਣ ਦਾ ਜਨਮ ਹੋਇਆ। ਮੇਰੇ ਕਹਿਣ ਤੋਂ ਮੁਰਾਦ ਗੁਰੂ ਹਮੇਸ਼ਾ ਹੀ ਦਰਵਾਜ਼ੇ ਖੋਲ ਕੇ ਵੇਖ ਰਿਹਾ ਕਿ ਵਾਪਸ ਜ਼ਰੂਰ ਆਏਗਾ। ਜਿਹੜੇ ਜਾ ਚੁੱਕੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਤਮੇ ਅਧੀਨ, ਲਾਲਚ ਅਧੀਨ, ਆ ਨਾਟਕ ਚੇਟਕ ਛਲਾਵੇ ਅਧੀਨ ਜਿਹੜੇ ਛੱਡ ਕੇ ਜਾ ਚੁੱਕਿਆ ਗੁਰਮੁਖੋ, ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਵਰਗਾ ਘਰ ਕੋਈ ਨਹੀਂ ਜੇ ਮਿਲਣਾ, ਵਾਪਸ ਆ ਜਾਓ। ਇੱਥੇ ਗਈ ਹੋਈ ਅਵਸਥਾ ਵੀ ਦੁਬਾਰਾ ਮਿਲ ਜਾਂਦੀ ਹੈ। ਮਹਾਰਾਜ ਜੀ ਨੇ ਇੱਥੇ ਸ਼ਬਦ ਕਿਹਾ, ਗਈ ਬਹੋੜ। ਇਹ ਅਰਦਾਸ ਕਰੀਏ ਜਿਹੜੀ ਅਵਸਥਾ ਨਾਮ ਦੀ ਵਾਪਸ ਦੇ ਦਿਓ ਸਤਿਗੁਰੂ। ਗਈ ਬਹੋੜ ਬੰਦੀ ਛੋੜ, ਬੰਧਨਾਂ ਨੂੰ ਕੱਟਣ ਵਾਲੇ, ਨਿਰੰਕਾਰ ਦੁਖਦਾਰੀ। ਆਪ ਜੀ ਦਾ ਕੋਈ ਰੂਪ ਨਹੀਂ, ਦੁੱਖਾਂ ਤੋਂ ਖਹਿੜਾ ਛਡਾਉਣ ਵਾਲੇ, ਕਰਮ ਨਾ ਜਾਣਾ, ਧਰਮ ਨਾ ਜਾਣਾ। ਬੜੀ ਸਿੱਧੀ ਗੱਲ ਕਹੀ ਕਿ ਮੈਨੂੰ ਅਵਸਥਾ ਵਾਪਸ ਮਿਲ ਜਾਏ, ਮੇਰਾ ਕਰਮ ਕੋਈ ਨਹੀਂ, ਮੈਂ ਕੋਈ ਧਰਮ ਦੇ ਕੰਮ ਵੀ ਨਹੀਂ ਕਰਦਾ। ਤੇ ਸੱਚੀ ਦੱਸਾਂ ਸਤਿਗੁਰੂ ਜੀ, ਅੰਦਰੋਂ ਮੈਂ ਰੱਜ ਕੇ ਲਾਲਚੀਆਂ, ਬਾਹਰੋਂ ਮੈਂ ਵਿਖਾਵਾ ਕਰੀ ਬੈਠਾ। ਸੱਚੀ ਹੈ ਜੀ, ਆਪਣੀ ਮੈਂ ਗੱਲ ਕਰ ਰਿਹਾ। ਲੋਭੀ ਮਾਇਆ ਧਾਰੀ, ਅੰਦਰ ਨੂੰ ਮਾਇਆ ਨੇ ਖਚਿਤ ਕੀਤਾ ਹੋਇਆ। ਅਗਲਾ ਬਚਨ, ਨਾਮ ਪਰਿਓ ਭਗਤ ਗੋਬਿੰਦ ਕਾ। ਥੋੜੇ ਜਿਹੇ ਦੇ ਅਰਥ, ਸਾਰੀ ਦੁਨੀਆ ਮੈਨੂੰ ਤੇਰਾ ਭਗਤ ਕਹਿੰਦੀ, ਆਪ ਜੀ ਦਾ ਭਗਤ ਕਹਿੰਦੀ। ਇਹ ਰਾਖੋ ਪੈਜ ਤੁਮਾਰੀ। ਜੇ ਮੈਨੂੰ ਸੰਗਤ ਸਿੱਖ ਕਹਿੰਦੀ ਹੈ, ਮੈਨੂੰ ਸਿੱਖ ਤੁਹਾਡਾ ਭਗਤ ਕਹਿੰਦੀ ਹੈ, ਸੰਗਤ ਭਗਤ ਕਹਿੰਦੀ ਹੈ, ਦਾਸ ਕਹਿੰਦੀ ਹੈ, ਇਹ ਸਤਿਗੁਰੂ ਇਸ ਸ਼ਬਦ ਦੀ ਲਾਜ ਰੱਖ ਲਿਆ ਜੇ। ਫਿਰ ਸੁਣਿਓ, ਗੁਰੂ ਰਾਮਦਾਸ ਜੀ ਦਾ ਬਚਨ ਉਦਣ ਅਸੀਂ ਇੱਕ ਪੜ੍ਹਿਆ ਸੀ, ਹਮਰੀ ਜਾਤ ਪਾਤ ਗੁਰ ਸਤਿਗੁਰ। ਸਾਡੀ ਜਾਤੀ, ਸਾਡੀ ਗੋਤ ਗੁਰੂ ਹੀ ਹੈ ਪੂਰਾ। ਹਮਰੀ ਜਾਤ ਪਾਤ ਗੁਰ ਸਤਿਗੁਰ, ਖਮ ਵੇਚੋ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ। ਮੇਰਾ ਨਾਮ ਪੈ ਗਿਆ ਗੁਰੂ ਨਾਨਕ ਸਾਹਿਬ ਦਾ ਸਿੱਖ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ, ਜਨ ਕੇ ਆਪਣੇ ਸੇਵਕ ਦੀ ਲਾਜ ਰੱਖੋ। ਗੁਰਮੁਖੋ ਏਡੀ ਵੱਡੀ ਬਖਸ਼ਿਸ਼ ਭਗਤ ਸਦਨਾ ਜੀ ਦਾ ਸ਼ਬਦ ਹੈ ਜੀ। ਉਹਦੀ ਆਰੰਭਤਾ ਹੈ, ਨ੍ਰਿਪ ਕੰਨਿਆ ਕੈ ਕਾਰਨੇ ਇੱਕ ਭਇਆ ਭੇਖ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਇੱਕ ਰਾਜੇ ਦੀ ਬੇਟੀ ਨੂੰ ਵਿਆਹਣ ਦੇ ਲਈ ਇੱਕ ਬੰਦੇ ਨੇ ਵਿਸ਼ਨੂੰ ਦਾ ਰੂਪ ਧਾਰਨ ਕੀਤਾ, ਰੂਪ ਧਾਰਨ ਕਰ ਲਿਆ। ਮੇਰੀ ਫਿਰ ਬੇਨਤੀ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਸ਼ਬਦਾਂ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਲੁਕਾਈਏ ਨਾ, ਕਿਉਂਕਿ ਬਾਹਰ ਬੈਠਿਆਂ ਤੋਂ ਡਰ ਲੱਗਦਾ ਹੈ। ਜੇ ਮੰਜੀ ਸਾਹਿਬ ਆਹ ਗੱਲ ਹੋ ਗਈ ਜੀ, ਇਹ ਕਿਥੇ ਅਰਥ ਜਾ ਕੇ ਦੇਖ ਲਿਓ। ਰਾਜੇ ਦੀ ਬੱਚੀ ਨੂੰ ਵਿਆਹ ਲਈ, ਰਾਜੇ ਦੀ ਬੱਚੀ ਪਰਨ ਕੀਤਾ, ਮੈਂ ਵਿਸ਼ਨੂੰ ਜੀ ਨਾਲ ਵਿਆਹ ਕਰਾਉਣਾ। ਸਾਰੇ ਟੀਕਾਕਾਰ ਕਹਿੰਦੇ ਆ ਜੀ,
ਇੱਕ ਪਖੰਡੀ ਨੇ ਉਹ ਰੂਪ ਧਾਰਨ ਕਰ ਲਿਆ, ਬਾਹਾਂ ਬੂਹਾਂ ਫਿੱਟ ਕਰਾ ਲਈਆਂ, ਇੱਕ ਉਹਨੇ ਗਰੁੜ ਦਾ ਵਾਣ ਵੀ ਬਣਵਾ ਲਿਆ, ਵਿਆਹ ਵੀ ਹੋ ਗਿਆ। ਹੁਣ ਰਾਜੇ ਤੇ ਹਮਲਾ ਹੋਇਆ ਤੇ ਉਹਦੇ ਮਨ ਚ ਆਇਆ ਵੀ ਚਲੋ ਮੇਰਾ ਤਾਂ ਜਵਾਈ ਐਡੀ ਤਾਕਤ ਵਾਲਾ। ਹੁਣ ਉਹਨੇ ਆਪਣੇ ਜਵਾਈ ਨੂੰ, ਸੱਚ ਇਹ ਵੇ ਕਿ ਰਾਜੇ ਨੇ ਆਪਣੇ ਜਵਾਈ ਨੂੰ ਜਿਹੜਾ ਭੇਖੀ ਸੀ ਉਹਨੂੰ ਕਿਹਾ ਮਦਦ ਕਰ। ਹੁਣ ਉਹਦੇ ਖਾਨਿਓਂ ਗਈ, ਉਹ ਤਾਂ ਪਖੰਡੀ ਸੀ, ਮਦਦ ਕੀ ਕਰਦਾ? ਉਹ ਸੱਚੀ ਮੁੱਚੀ ਐਡਾ ਕਾਮੀ ਬੰਦਾ, ਸਵਾਰਥੀ ਬੰਦਾ, ਉਹਦਾ ਅੰਦਰ ਵੀ ਝੁਕ ਗਿਆ। ਕਹਿੰਦਾ ਪ੍ਰਮਾਤਮਾ ਮੈਂ ਤੇਰੇ ਨਾਮ ਤੇ ਭੇਖ ਕਰ ਲੈ ਬੈਠਾ ਵਾਂ, ਹੁਣ ਕਿਰਪਾ ਕਰ ਤੂੰ ਆਪਣੇ ਭੇਖ ਦੀ ਲਾਜ ਰੱਖ ਲੈ। ਮੇਰੀ ਅਰਜ ਹੈ, ਬਚਨ ਹੈ ਕਿ ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਤੂੰ ਤਾਂ ਉਹਨਾਂ ਦੀਆਂ ਵੀ ਪੈਜਾਂ ਸਵਾਰ ਦਿੱਤੀਆਂ ਜਿਨ੍ਹਾਂ ਨੇ ਤੇਰੇ ਨਾਮ ਦੇ ਤੱਲੇ ਪਖੰਡ ਕੀਤਾ। ਇੱਥੇ ਮਹਾਰਾਜ ਕਹਿੰਦੇ ਮੈਨੂੰ ਲੋਕ ਤੇਰਾ ਭਗਤ ਕਹਿੰਦੇ ਆ ਤੇ ਤੁਸੀਂ ਕਿਰਪਾ ਕਰੋ ਮੇਰੀ ਪੈਜ ਜ਼ਰੂਰ ਰੱਖੋ। ਹਰ ਜੀਉ ਨਿਮਾਣਿਆ ਤੂੰ ਮਾਣ। ਇੱਥੇ ਸਤਿਗੁਰੂ ਰਹਾਉ ਦੇ ਬਚਨ ਕਹਿ ਰਹੇ ਨੇ, ਹਰ ਜੀਓ, ਹਰੀ ਜੀ ਤੁਸੀਂ ਜਿਹਦਾ ਕਿਤੇ ਮਾਨ ਨਹੀਂ, ਗੁਰਮੁਖੋ ਸੁਣਿਓ, ਜਿਸ ਨੂੰ ਕਿਤੇ ਮਾਨ ਨਹੀਂ ਮਿਲਦਾ, ਮੇਰਾ ਵਾਹਿਗੁਰੂ ਨਿਮਾਣਿਆਂ ਦਾ ਮਾਣ ਹੈ। ਜਿਹਨੂੰ ਕੋਈ ਇੱਜ਼ਤ ਨਹੀਂ ਦਿੰਦਾ ਉਹਨੂੰ ਵਾਹਿਗੁਰੂ ਜੀ ਇੱਜ਼ਤ ਦਿੰਦੇ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਸੱਚੀ ਮੁੱਚੀ ਤੂੰ ਜਿਹਦਾ ਕੋਈ ਮਾਨ ਨਾ ਕਰੇ ਉਸ ਦਾ ਸਨਮਾਨ ਕਰ। ਦੇਖੋ ਮਹਾਰਾਜ ਅੱਗੇ ਬਚਨ ਕਰ ਰਹੇ ਆ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਚੀਜ਼ ਦਾ ਅਰਥ ਵੈਸੇ ਪਦਾਰਥ ਵੀ ਹੁੰਦਾ, ਨਚੀਜਿਆਂ ਦਾ ਅਰਥ ਜਿਹੜਾ ਕਿਸੇ ਕੰਮ ਦਾ ਨਹੀਂ। ਸਿੱਧੇ ਜਿਹੇ ਅਰਥ ਕਰੀਏ, ਸੱਚੀ ਮੁੱਚੀ ਜਿਹੜਾ ਕਿਸੇ ਕੰਮ ਦਾ ਨਹੀਂ, ਕਿਸੇ ਵੀ ਅਰਥ ਨਹੀਂ। ਵਾਹਿਗੁਰੂ ਜੀ ਤੁਸੀਂ ਨਕੰਮਿਆਂ ਨੂੰ ਵੀ ਕੰਮ ਵਾਲੇ ਬਣਾ ਦਿੰਦੇ ਹੋ। ਤੁਸੀਂ ਆਕਾਰ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਸਕਾਰ ਤੇ ਬਣਾਉਂਦੇ ਹੋ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਉਹ ਮੇਰਾ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਬਣਾ ਦਿੰਦਾ। ਇਉਂ ਕਹਿ ਲੋ ਜਿਹੜੇ ਕਿਸੇ ਕੰਮ ਦੇ ਨਹੀਂ ਉਹਨਾਂ ਨੂੰ ਵੀ ਮਹਾਨ ਬਣਾ ਦਿੰਦਾ ਹੈ। ਤੇਰੀ ਕੁਦਰਤ ਕਉ ਕੁਰਬਾਨ। ਵਾਹਿਗੁਰੂ ਮੈਂ ਤੇਰੀ ਸ਼ਕਤੀ ਤੋਂ, ਕੁਦਰਤ ਦਾ ਅਰਥ ਤਾਕਤ, ਤੁਹਾਡੀ ਤਾਕਤ ਤੋਂ ਤੁਹਾਡੀ ਸ਼ਕਤੀ ਤੋਂ ਕੁਰਬਾਨ ਜਾਨਾ। ਕਿਉਂਕਿ ਜਿਹਨੂੰ ਸਮਾਜ ਥੱਲੇ ਲਾਣਾ ਚਾਹੇ ਖਿਮਾ ਕਰ ਦਿਓ, ਜੇ ਰੱਬ ਇੱਜ਼ਤ ਦੇਣ ਤੇ ਆ ਜਾਏ ਸਾਰੀ ਦੁਨੀਆ ਇੱਕ ਪਾਸੇ ਖਲੋ ਜਾਏ। ਜਿਹਦੇ ਸਿਰ ਤੇ ਵਾਹਿਗੁਰੂ ਨੇ ਤਾਜ ਰੱਖਣਾ ਉਹਦੀ ਇੱਜ਼ਤ ਕੋਈ ਵੀ ਮਿੱਟੀ 'ਚ ਨਹੀਂ ਰੋਲ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ। ਜਾਂ ਕੀ ਛੋਤ ਜਗਤ ਕੋ लागै ਤਾਂ ਪਰ ਤੂੰ ਹੀ ਟਰੈ। ਨੀਚੇ ਊਚ ਕਰੇ ਮੇਰਾ ਗੋਬਿੰਦ। ਨਚੀਜਿਆਂ ਚੀਜ਼ ਕਰੇ ਪਿਆਰਿਓ, ਨੀਚੇ ਊਚ ਕਰੇ ਮੇਰਾ ਗੋਬਿੰਦ। ਮਹਾਰਾਜ ਕਹਿੰਦੇ ਕਾਹੂ ਤੇ ਨਾ ਡਰੇ। ਉਹ ਕਿਸੇ ਤੋਂ ਡਰੇਗਾ ਥੋੜਾ ਵੀ ਇਹਨੂੰ ਉੱਚਾ ਚੱਕਣ ਲੱਗਾ, ਫਲਾਣੇ ਬੰਦੇ ਨੂੰ ਪੁੱਛ ਲਓ, ਫਲਾਣੇ ਤੋਂ ਫਲਾਣੇ ਬੌਸ ਨੂੰ ਪੁੱਛ ਲਓ। ਰੱਬ ਨੂੰ ਉਹ ਆਪਣੇ ਫੈਸਲੇ ਆਪ ਕਰਦਾ ਜੀ। ਵੀ ਉਹ ਪੁੱਛਣਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਇਸ ਘਰ ਵਿੱਚ ਇਸ ਪੰਥ 'ਚ ਬੜਾ ਕੁਝ ਵਾਪਰਿਆ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਹੋਰ ਦੇ ਦਿੰਦਾ। ਅਸੀਂ ਇੱਕ ਸਿੱਖ ਦਾ ਨਾਮ ਬੜੇ ਅਦਬ ਨਾਲ ਲੈਂਦੇ ਹਾਂ। ਚਲੋ ਮਹਾਰਾਜਾ ਰਣਜੀਤ ਸਿੰਘ ਤਾਂ ਉਹ ਰਾਜੇ ਦੇ ਰੂਪ 'ਚ ਦੇਖਦੇ ਹਾਂ। ਆਪ ਜੀ ਨੂੰ ਪਤਾ ਹੋਣਾ ਹੈ ਆਹ ਜਿਹੜੀ ਇਮਾਰਤ ਹੈ ਦਰਬਾਰ ਸਾਹਿਬ ਦੀ ਖੂਣ ਸੋਨਾ ਲਵਾਇਆ ਮਹਾਰਾਜਾ ਰਣਜੀਤ ਸਿੰਘ ਨੇ, ਗਿਆਨੀ ਸੰਤ ਸਿੰਘ ਗੁਰਮੁਖ ਸਿੰਘ ਹੋਣਾ ਰਾਹੀਂ। ਜਿਹੜੀ ਇਮਾਰਤ ਅਬਦਾਲੀ ਨੇ ਕੁੱਪੇ ਰੱਖ ਕੇ ਉਡਾ ਦਿੱਤੀ ਸੀ, ਇਸ ਇਮਾਰਤ ਦੀ ਦੁਬਾਰਾ ਜਿਹੜੀ ਨੀਂਹ ਰੱਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ। ਆਪ ਜੀ ਨੂੰ ਪਤਾ ਹੋਣਾ। ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ। ਸਰਦਾਰ ਜੱਸਾ ਸਿੰਘ ਇਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਸਨ। ਮਾਮੇ ਦਾ ਨਾਮ ਸਰਦਾਰ ਬਾਗ ਸਿੰਘ ਸੀ। ਕਿਹਾ ਜਾਂਦਾ ਇਹਨਾਂ ਦੇ ਲਈ ਅਰਦਾਸ ਇਹਨਾਂ ਦੇ ਮਾਤਾ ਪਿਤਾ ਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਕੀਤੀ ਸੀ ਤੇ ਮਹਾਰਾਜ ਜੀ ਨੇ ਕਿਹਾ ਸੀ ਤੁਹਾਡੇ ਘਰ ਗੁਰੂ ਕਾ ਲਾਲ ਹੋਵੇਗਾ। ਸਮਾਂ ਆਇਆ, ਸਰਦਾਰ ਜੱਸਾ ਸਿੰਘ ਜੀ ਦਾ ਜਨਮ ਹੋਇਆ। 4 ਸਾਲ ਦੀ ਉਮਰ ਸੀ, ਪਿਤਾ ਬਦਰ ਸਿੰਘ ਚੜ੍ਹਾਈ ਕਰ ਗਿਆ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਇਸ ਘਰ ਦੀ ਸੇਵਾ 'ਚ ਕਿੰਨੀ ਬਰਕਤ ਹੈ। ਜੇ ਕੋਈ ਭਾਵਨਾ ਸਹਿਤ ਕਰੇ ਤਾਂ ਇੱਥੇ ਇਹਨਾਂ ਦੀ ਮਾਤਾ ਬਾਰੇ ਰਤਨ ਸਿੰਘ ਭੰਗੂ ਲਿਖਦਾ ਹੈ, ਕਹਿੰਦੇ ਸਰਦਾਰ ਜੱਸਾ ਸਿੰਘ ਦੀ ਮਾਈ ਆਪਣੇ ਗਾਤਰੇ ਦੇ ਨਾਲ ਗੁਰਬਾਣੀ ਦੀ ਪੋਥੀ ਰੱਖਦੀ ਸੀ। ਉਹ 2 ਤਾਰਾ ਵਜਾ ਕੇ ਕੀਰਤਨ ਕਮਾਲ ਦਾ ਕਰਦੀ ਸੀ ਮਾਤਾ ਇਹਨਾਂ ਦੀ।
ਆਸਾ ਕੀ ਵਾਰ ਦਾ ਕੀਰਤਨ ਕਰਨਾ ਕਮਾਲ ਦਾ। ਉਸਨੇ ਆਪਣੇ ਬੱਚੇ ਨੂੰ ਕੀਰਤਨ ਸਿਖਾਇਆ। ਮੈਂ ਸੰਖੇਪ ਜੀ ਬੇਨਤੀ ਕਰਾਂ, ਦਿੱਲੀ ਲੈ ਕੇ ਗਈ ਮਾਤਾ ਸੁੰਦਰੀ ਜੀ ਕੋਲ। ਉੱਥੇ ਮਾਈ ਨੇ ਕੀਰਤਨ ਕੀਤਾ, ਮਾਤਾ ਇੰਨੀ ਦੇ ਨਾਲ ਸਰਦਾਰ ਜੱਸਾ ਸਿੰਘ, ਮਾਤਾ ਸੁੰਦਰੀ ਜੀ ਨੇ 7 ਸਾਲ ਆਪਣੇ ਕੋਲ ਰੱਖ ਕੇ ਤਾਲੀਮ ਦਵਾਈ। ਮੈਂ ਸੰਖੇਪ ਜੀ ਬੇਨਤੀ ਕਰਾਂ, ਵਾਪਸ ਆਏ, ਉੱਥੇ ਤੀਰਾਂ ਦਾ ਪੱਥਾ ਦਿੱਤਾ, ਉੱਥੇ ਹੋਰ ਬਖਸ਼ਾਂ ਬਹੁਤ ਦਿੱਤੀਆਂ, ਗੁਰਜ ਦਿੱਤੀ, ਤੇ ਨਾਲ ਗੋਦੀ 'ਚ ਬਿਠਾ ਕੇ ਕਿਹਾ ਸੀ ਇਹ ਪੰਥ ਦਾ ਪਾਤਸ਼ਾਹ ਹੋਵੇਗਾ, ਇਹਦੀ ਔਲਾਦ ਦੁਆਰੇ ਸੱਚੀ ਮੁੱਚੀ ਚੋਬਦਾਰ ਕਸ ਆਸਿਆਂ ਵਾਲੇ ਖਲੋਣਗੇ। ਇੱਥੇ ਆ ਕੇ ਕੀਰਤਨ ਕੀਤਾ ਜੀ। ਸਰਦਾਰ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਮੰਗ ਲਿਆ ਮਾਂ ਤੋਂ ਤੇ ਮਾਮੇ ਕੋਲੋਂ। ਇੱਥੇ ਪੰਥ ਦਲ ਪੰਥ ਦੀ ਸੇਵਾ ਕਰਨ ਲੱਗ ਪਏ। ਸੇਵਾ ਕੀ ਦਿੱਤੀ ਕਿ ਪੜ੍ਹਿਆ ਲਿਖਿਆ ਜੀ, ਦਿੱਲੀੋਂ ਪੜ੍ਹ ਕੇ ਆਇਆ, ਪਰ ਉਹ ਪੰਜਾਬੀ ਠੇਠ ਨਹੀਂ ਸਨ ਬੋਲਦੇ। ਇੱਧਰ ਮਾਝੇ ਵਾਲੀ ਉਹ ਹਿੰਦੀ ਜ਼ਿਆਦਾ ਬੋਲਦੇ ਸਨ, ਫਾਰਸੀ ਪੜ੍ਹੇ ਸਨ, ਹਮਕੋ ਤੁਮਕੋ ਬੋਲਣਾ। ਉਹ ਵੰਡ ਕੇ ਦਾਣਾ ਦਿੰਦੇ ਸਨ ਘੋੜਿਆਂ ਦਾ। ਤੇ ਇੱਕ ਉਮਰ ਛੋਟੀ ਸੀ, ਜਿਹਨੇ ਲੰਘਣਾ ਉਹਨੇ ਕਿਤੇ ਕਿਸੇ ਨੇ ਛੋਟਾ ਜਿਹਾ ਥੱਪੜ ਲਾ ਜਾਣਾ, ਕਿਸੇ ਨੇ ਉਹਦੀ ਆਵਾਜ਼ ਦੀ ਸਰਦਾਰ ਜੱਸਾ ਸਿੰਘ ਦੇ ਬੋਲਾਂ ਦੀ ਨਕਲ ਉਤਾਰ ਦੇਣੀ। ਸਰਦਾਰ ਕਪੂਰ ਸਿੰਘ ਕੋਲ ਇੱਕ ਦਿਨ ਗਏ ਜੱਸਾ ਸਿੰਘ ਹੋਣੀ, ਉਹ ਰੱਖ ਕੇ ਜਿਹੜਾ ਜਿਹਦੇ 'ਚ ਦਾਣਾ ਵੰਡਦੇ ਸਨ, ਪੜੋਪਾ ਰੱਖ ਕੇ ਕਹਿੰਦੇ ਮੈਂ ਨਹੀਂ ਇਹਨਾਂ ਦੇ ਦਾਣੇ ਵੰਡ ਸਕਦਾ। ਰੋਣ ਲੱਗ ਪਏ, ਮੈਂ ਦਾਣਾ ਨਹੀਂ ਵੰਡ ਸਕਦਾ, ਮੇਰਾ ਮਜ਼ਾਕ ਉਡਾਉਂਦੇ ਨੇ, ਮੇਰੀ ਛੇੜ ਪਾ ਦਿੱਤੀ ਹਮਕੋ ਤੁਮਕੋ। ਕਹਿੰਦੇ ਸਰਦਾਰ ਕਪੂਰ ਸਿੰਘ ਨੇ ਸੁਣਿਆ ਤੇ ਉਸ ਨੂੰ ਗੋਦੀ 'ਚ ਸਮਝੋ ਵੀ ਗਲਵਕੜੀ 'ਚ ਲੈ ਲਿਆ ਤੇ ਅਦਬ ਨਾਲ ਕਹਿਣ ਲੱਗੇ, ਦੇਖ ਬੇਟਾ, ਮੈਂ ਘੋੜਿਆਂ ਦੀ ਲਿੱਦ ਸੱਟ ਨਾ ਵੇ ਸੰਗਤ ਦੀ। ਇਸ ਪੰਥ ਦੇ ਘੋੜਿਆਂ ਦੀ ਲਿੱਦ ਸੱਟਣ ਵਾਲਿਆਂ ਨੂੰ ਜੇ ਪੰਥ ਨਵਾਬ ਬਣਾ ਸਕਦਾ ਹੈ, ਤੂੰ ਪੜ੍ਹਿਆ ਲਿਖਿਆ ਹੈ, ਇਹਨਾਂ ਦੀ ਸੇਵਾ ਨਾ ਛੱਡੀ, ਹੋ ਸਕਦਾ ਤੈਨੂੰ ਇੱਕ ਦਿਨ ਇਹ ਪਾਤਸ਼ਾਹ ਬਣਾ ਦੇਣਗੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਇਸ ਪੰਥ ਦੀ ਸੇਵਾ ਨਾ, ਉਹ ਗੁਰਮੁਖੋ, ਪੰਥ ਨੂੰ ਪੰਥ ਜਾਣ ਕੇ ਸੇਵਾ ਕਰੋਗੇ ਤੇ ਤਾਜ ਸਿਰ ਤੇ ਹੋਣਗੇ। ਜੇ ਪੰਥ ਦਾ ਮਜ਼ਾਕ ਉਡਾਓਗੇ ਤੇ ਤਾਜ ਰੁਲ ਜਾਣਗੇ। ਉਹਨਾਂ ਕਿਹਾ ਤੂੰ ਸੇਵਾ ਨਾ ਛੱਡੀ, ਇਹਨਾਂ ਦੀ ਗੱਲ ਨਾ ਮੋੜੀ। ਇਹ ਮੇਰੇ ਵਰਗੇ ਬੰਦੇ ਨੂੰ ਲਿੱਦ ਸੱਟਣ ਵਾਲੇ ਨੂੰ ਜੇ ਨਵਾਬ ਬਣਾ ਦਿੰਦੇ ਆ, ਤੈਨੂੰ ਪਾਤਸ਼ਾਹ ਕਿਉਂ ਨਹੀਂ ਬਣਾਉਣਗੇ। ਮੈਂ ਬੇਨਤੀ ਕਰਾਂ, ਅੰਦਰੂਨੀ ਤੌਰ ਤੇ ਵੀ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਆ। ਗੁਰਮੁਖੋ, ਨਿਮਾਣਿਆਂ ਦਾ ਮਾਣ ਬਣਦੇ ਆ। ਰਹਾਉ ਜੈਸਾ ਬਾਲਕ ਭਾਏ ਸੋ ਭਾਈ। ਜਿਵੇਂ ਅੱਗੇ ਹੁਣ ਫਿਰ ਸਾਨੂੰ ਸਮੱਤ ਦਿੰਦੇ ਆ, ਭਾਈ ਇਸ ਤਰ੍ਹਾਂ ਅਰਦਾਸ ਕਰੋ, ਵਾਹਿਗੁਰੂ ਬਖਸ਼ਦਾ। ਜਿਵੇਂ ਇੱਕ ਬੱਚਾ ਸੁਭੈਕਣ ਹੀ ਕੋਈ ਗਲਤੀ ਕਰਦਾ ਹੈ, ਲੱਖ ਅਪਰਾਧ ਕਮਾਵੇ। ਇੱਕ ਨਹੀਂ ਦੋ ਨਹੀਂ, ਉਹ ਲੱਖਾਂ ਗਲਤੀਆਂ ਕਰਦਾ। ਇਸ ਨੂੰ ਫਿਰ ਸੁਣਿਓ, ਗਲਤੀ ਕਰਨਾ ਬੰਦੇ ਦਾ ਸੁਭਾਅ ਹੈ, ਪਰ ਗਲਤੀ ਕਰਕੇ ਇਹ ਸਿੱਧ ਕਰੀ ਜਾਣਾ ਮੈਂ ਗਲਤ ਹੈ ਹੀ ਨਹੀਂ, ਮੈਂ ਗਲਤ ਹੈ ਹੀ ਨਹੀਂ, ਚੇਤੇ ਰੱਖਿਓ ਇਦੂ ਵੱਡਾ ਬੱਜਰ ਪਾਪ ਕੋਈ ਨਹੀਂ। ਮਹਾਰਾਜ ਕਹਿੰਦੇ ਇੱਕ ਗਲਤੀ ਨਹੀਂ, ਦੋ ਗਲਤੀ ਨਹੀਂ, ਬੱਚਾ ਲੱਖਾਂ ਗਲਤੀਆਂ ਕਰਦਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਲੱਖਾਂ ਗੁਨਾਹ ਕਰ ਰਿਹਾ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ। ਪਰ ਦੇਖੋ ਬਾਪੂ ਦਾ ਸੁਭਾਅ ਕੀ ਹੈ। ਬਾਪੂ ਬੱਚੇ ਨੂੰ ਮਾਰਨਾ ਥੋੜਾ ਚਾਹੁੰਦਾ ਜੀ। ਉਹ ਚਪੇੜ ਮਾਰਨ ਦਾ ਉਹਦਾ ਮਕਸਦ ਇਹ ਨਹੀਂ ਮਰ ਜਾਏ, ਉਹ ਮਾਰਨਾ ਨਹੀਂ ਚਾਹੁੰਦਾ, ਉਹ ਝਿੜਕ ਕੇ ਸੁਧਾਰਨਾ ਚਾਹੁੰਦਾ ਹੈ। ਬਾਪੂ ਝਿੜਕਾਂ ਮਾਰਦਾ ਹੈ ਤੇ ਕਈ ਤਰੀਕਿਆਂ ਨਾਲ ਝਿੜਕਾਂ ਮਾਰ ਕੇ, ਡਰਾਵੇ ਦੇ ਕੇ, ਫਿਜ਼ੀਕਲ ਤੌਰ ਤੇ ਉਹਨੂੰ ਸਮਝਾਉਣ ਦਾ ਯਤਨ ਕਰਦਾ ਹੈ। ਬਾਹੁੜ ਪਿਤਾ ਗੱਲ ਲਾਵੇ। ਫਿਰ ਦੁਬਾਰਾ ਬਾਪ ਆਪਣੇ ਪੁੱਤਰ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਉਹ ਲੱਖਾਂ ਗਲਤੀਆਂ ਕੀਤੀਆਂ ਹੋਣ ਤੇ ਬਾਪ ਝਿੜਕ ਕੇ ਗਲੇ ਨਾਲ ਲਾ ਲੈਂਦਾ। ਗੁਰਮੁਖੋ, ਜੇ ਮਨ ਨੇ ਆਪਾਂ ਗਲਤੀਆਂ ਕਰ ਬੈਠੇ ਹਾਂ ਤੇ ਗੁਰੂ ਸਾਹਮਣੇ ਖਲੋ ਕੇ ਮੰਨ ਲਈਏ ਕੀਤੀਆਂ ਨੇ ਕਿ ਗੁਰੂ ਬਖਸ਼ਦਾ ਨਹੀਂ। ਮਹਾਰਾਜ ਕਹਿੰਦੇ ਬਾਪੂ ਫਿਰ ਗਲੇ ਨਾਲ ਲਾਂਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ। ਪਿਛਲੇ ਕੀਤੇ ਕੋਈ ਗੁਨਾਹ ਜਿਹੜੇ ਨੇ ਉਹ ਪਿਆਰਾ ਵਾਹਿਗੁਰੂ ਬਖਸ਼ ਦਿੰਦਾ। ਜਦੋਂ ਕੋਈ ਕਹਿੰਦਾ ਮੈਂ ਭੁੱਲ ਕੀਤੀ ਹੈ, ਆਗੇ ਮਾਰਗ ਪਾਵੇ। ਫਿਰ ਅੱਗੋਂ ਇੰਨੀ ਸਮੱਤ ਦਿੰਦੇ ਨੇ ਕਿ ਉਹਨੂੰ ਬੁਰੇ ਰਸਤੇ ਤੇ ਪੈਣ ਹੀ ਨਹੀਂ ਦਿੰਦੇ। ਇਹ ਨਹੀਂ ਕਿ ਇੱਕ ਗਲਤੀ ਕੀਤੀ, ਇੱਥੋਂ ਅੰਮ੍ਰਿਤ ਛਕਿਆ, ਦੂਜੀ ਕੀਤੀ ਕੇਸਗੜ੍ਹ ਤੋਂ ਛਕ ਲਿਆ, ਤੀਜੀ ਕੀਤੀ ਦਿੱਲੀ ਅੱਪੜ ਗਏ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਮਾਫ ਕਰਦਾ ਪਿਆ। ਉਹ ਇੰਨੀ ਸਮੱਤ ਦਿੰਦਾ ਹੈ ਕਿ ਗੁਰਮੁਖੋ ਪਿਛਲੇ ਔਗਣ ਬਖਸ਼ ਲੈਂਦਾ, ਅੱਗੋਂ ਰਸਤਾ ਹੀ ਸਹੀ ਦੇ ਦਿੰਦਾ।
ਇਨਸਾਨ ਭਟਕਦਾ ਕੀ ਨਹੀਂ। ਹਾਰੇ ਅੰਤਰ ਜਾਮੀ ਸਭ ਬਿਦ ਜਾਣੈ। ਅੰਦਰ ਦੀਆਂ ਜਾਣਨ ਵਾਲਾ ਵੈਗੁਰੂ ਸਾਰੀਆਂ ਵਿਦਾਂ ਜਾਣ ਰਿਹਾ ਹੈ। ਤਾਂ ਕਿਸ ਪਹਿ ਆਖ ਸੁਣਾਈਐ। ਕਿਹਦੇ ਕੋਲ ਆਪਣੇ ਅੰਦਰ ਦੀ ਬਿਰਤਾ ਸੁਣਾਈਏ, ਉਹ ਅੰਤਰਜਾਮੀ ਹੈ। ਕਹਿਣੈ ਕਥਨ ਨਾ ਭੀਜੈ ਗੋਬਿੰਦ। ਬਾਹਰ ਦੀਆਂ ਗੱਲਾਂ ਨਾਲ, ਕਥਾਵਾਂ ਨਾਲ, ਕਹਾਣੀਆਂ ਨਾਲ ਉਸ ਗੋਬਿੰਦ ਨੇ ਨਹੀਂ ਰਿਝਣਾ, ਨਹੀਂ ਭਿੱਜਣਾ। ਹਰ ਭਾਵੈ ਪੈਜ ਰਖਾਈਐ। ਹਰ ਭਾਵੈ ਪੈਜ ਰਖਾਈਐ। ਜਿਵੇਂ ਉਹਨੂੰ ਪਾਉਂਦਾ, ਜਿਹੜਾ ਉਹਨੂੰ ਚੰਗਾ ਲੱਗ ਜਾ ਉਹਦੀ ਇੱਜ਼ਤ ਰੱਖੇਗਾ। ਹਰ ਭਾਵੈ, ਜੇ ਉਹ ਖਰੀ ਨੂੰ ਚੰਗਾ ਲੱਗ ਗਿਆ, ਪੈਜ ਰਖਾਈਐ, ਉਹਦੀ ਇੱਜ਼ਤ ਰੱਖਦੇ ਹਨ। ਅਵਰ ਓਟ ਮੈਂ ਸਗਲੀ ਦੇਖੀ। ਇਹ ਵੈਗੁਰੂ ਮੈਂ ਸਾਰੇ ਦੁਆਰੇ ਦੇਖ ਲਿਆ, ਸਭ ਦੀਆਂ ਓਟਾਂ ਦੇਖ ਲੀਆਂ ਨੇ, ਤੇਰੇ ਤੋਂ ਵੱਡੀ ਓਟ ਕੋਈ ਨਹੀਂ। ਇੱਕ ਤੇਰੀ ਓਟ ਰਹਾਈ ਐ। ਹੁਣ ਵੈਗੁਰੂ ਸਿਰਫ ਤੇਰਾ ਹੀ ਸਹਾਰਾ ਲਿਆ, ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ। ਬੜੀਆਂ ਓਟਾਂ ਵੇਖੀਆਂ, ਪਰ ਮੇਰੇ ਵਾਸਤੇ ਸਿਰਫ ਇੱਕ ਤੇਰੀ ਹੀ ਓਟ ਹੈ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਗੁਰੂ ਪੰਚਮ ਪਾਤਸ਼ਾਹ ਅੰਤ ਚ ਕਹਿ ਰਹੇ ਨੇ, ਗੁਰਮੁਖੋ ਕਰੋ ਖਾਂ ਅਰਦਾਸ। ਉਹ ਵੈਗੁਰੂ ਸੁਣ ਕੇ ਅਵਸਥਾ ਬਖਸ਼ ਦਿੰਦੇ ਨੇ, ਉਹ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਨੇ, ਉਹ ਨਿਮਾਣਿਆਂ ਦਾ ਮਾਣ ਬਣ ਜਾਂਦੇ ਨੇ, ਉਹ ਭੁੱਲਾਂ ਕਰਨ ਵਾਲੇ ਬੱਚਿਆਂ ਨੂੰ ਦੁਬਾਰਾ ਗਲੇ ਨਾਲ ਲਾ ਲੈਂਦੇ ਨੇ। ਵੈਗੁਰੂ ਦਿਆਲੂ ਨੇ, ਕਿਰਪਾਲੂ ਨੇ, ਉਹ ਆਪੇ ਬੇਨਤੀ ਸੁਣਦੇ ਹਨ। ਆਪੇ ਸੁਣੈ ਬੇਨੰਤੀ। ਉਹ ਕਿਰਪਾਲੂ ਜੀ ਤੁਹਾਡੀ ਬੇਨਤੀ ਜ਼ਰੂਰ ਸੁਣਨਗੇ। ਪੂਰਾ ਸਤਿਗੁਰ ਮੇਲ ਮਿਲਾਵੈ। ਪੂਰਾ ਸਤਿਗੁਰੂ ਜੋ ਆਪ ਪਰਮੇਸ਼ਵਰ ਚ ਮਿਲਿਆ ਹੋਇਆ ਹੈ, ਉਹ ਜਗਿਆਸੂ ਨੂੰ ਮਿਲਾ ਦਿੰਦਾ ਹੈ। ਸਭ ਚੂਕੈ ਮਨ ਕੀ ਚਿੰਤੀ। ਜਿਹੜੀ ਮਨ ਦੇ ਅੰਦਰ ਚਿੰਤਾ ਹੈ, ਝੋਰਾ ਹੈ, ਪੂਰਾ ਸਤਿਗੁਰੂ ਕਿਰਪਾ ਕਰਕੇ ਉਹ ਚਿੰਤਾ ਵੀ ਅੰਦਰੋਂ ਦੂਰ ਕਰ ਦਿੰਦੇ ਨੇ। ਚਿੰਤਾ ਦਾ ਰੋਗ ਜੜੋਂ ਪੱਟ ਦਿੰਦੇ ਹਨ। ਹਰ ਹਰ ਨਾਮ ਅਵਖਦ ਮੁਖ ਪਾਇਆ। ਅਖੀਰ ਤੇ ਮਹਾਰਾਜ ਤਤ ਕਹਿ ਰਹੇ ਨੇ, ਭਾਈ ਵਾਹਿਗੁਰੂ ਵਾਹਿਗੁਰੂ ਖਰੀ ਖਰੀ ਦਾ ਜੋ ਨਾਮ ਹੈ, ਉਹ ਸਾਡੇ ਮੁਖ ਚ ਪੈ ਗਿਆ, ਅਸੀਂ ਉਹ ਮੂੰਹ ਵਿੱਚ ਪਾਇਆ ਹੈ। ਜਨ ਨਾਨਕ ਸੁਖ ਵਸੰਤੀ। ਪਰਮਾਤਮਾ ਦਾ ਨਾਮ ਦਵਾਈ ਹੈ, ਉਹ ਮੁਖ ਚ ਪਾ ਲਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੁਣ ਮੈਂ ਸੁੱਖ ਨਾਲ ਵਸ ਰਹੀ ਹਾਂ, ਸੁੱਖ ਨਾਲ ਰਹਿ ਰਹੀ ਹਾਂ। ਸਾਰੇ ਸ਼ਬਦ ਦਾ ਤਤ ਭਾਵ ਇਹ ਭਾਈ, ਜੇ ਕੋਈ ਭੁੱਲ ਗਿਆ ਹੈ, ਆਤਮਿਕ ਅਵਸਥਾ ਗਵਾਚ ਗਈ ਹੈ, ਐਵੇਂ ਭਟਕਣ ਦੀ ਫਿਰ ਲੋੜ ਨਹੀਂ। ਆਓ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਮਾਫੀ ਮੰਗੀਏ। ਸਤਿਗੁਰੂ ਅਸੀਂ ਭੁੱਲ ਗਏ ਹਾਂ। ਤੇ ਪੂਰਨ ਸਿੰਘ ਦੀ ਗੱਲ ਯਾਦ ਰੱਖਿਓ, ਪ੍ਰੋਫੈਸਰ ਸਾਹਿਬ ਦੀ, ਕਿਤੇ ਵੀ ਚਲੇ ਜਾਓ, ਗੁਰੂ ਗੋਬਿੰਦ ਸਿੰਘ ਦਰਵਾਜ਼ੇ 'ਚ ਖਲੋਤਾ ਇੰਤਜ਼ਾਰ ਜ਼ਰੂਰ ਕਰਦਾ ਹੈ, ਕਿਉਂਕਿ ਉਹਦਾ ਜਿੰਨਾ ਵੀ ਦੂਰ ਚਲਾ ਜਾਏਗਾ ਉਹਨੇ ਵਾਪਸ ਜ਼ਰੂਰ ਆਉਣਾ ਹੈ। ਆਓ ਥੋੜਾ ਜਿਹਾ ਆਪਾਂ ਨਾਮ ਜਪ ਲਈਏ ਜੀ, ਸਾਰੇ ਕਰੋ ਕਿਰਪਾ ਜੀ, ਉੱਚੀ ਆਵਾਜ਼ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਜੀ, ਕਿਉਂਕਿ ਅਖੀਰ ਤੇ ਮਹਾਰਾਜ ਨੇ ਕਿਹਾ ਨਾਮ, ਨਾਮ ਹੀ ਜਪੀਏ, ਇਹ ਹੀ ਸੁੱਖ ਦੇ ਸਕਦਾ ਸਾਨੂੰ, ਇਹ ਹੀ ਅਵਸਥਾ ਵਾਪਸ ਲਿਆ ਸਕਦਾ ਹੈ। ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ ਉੱਚੀ ਆਵਾਜ਼ 'ਚ, ਘਰਾਂ ਬੈਠੇ ਵੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ 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 ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਆਏ ਦਰਬਾਰ 'ਚੋਂ ਹੁਕਮ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਬੇਅੰਤ ਭੁੱਲਾਂ ਸਥੂਲ ਸੂਖਸ਼ਮ ਰੂਪ ਵਿੱਚ ਹੋਈਆਂ ਸਤਿਗੁਰੂ ਔਰ ਸੰਗਤ ਬਖਸ਼ਣ ਯੋਗ ਹੈ। ਆਓ ਭਾਈ ਸਾਹਿਬ ਜੀ ਤੋਂ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।